ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖਹੁ ਪ੍ਰਭੂ ਨਾਨਕ ਦੇ ਕਰ ਹੱਥ ਭੁਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਬਹਿ ਲੇਹੁ ਅੰਗੁਰੀਆ ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹਉ ਬਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਤੀਜੈ ਜਨ ਨਾਨਕ ਚਲਹਿ ਮਿਲੰਥਾ ਬੇਸਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ
ਪੌਣ ਪਾਵਕ ਅਰ ਨੀਰ। ਮੈਲੇ ਸ਼ਿਵ ਸ਼ੰਕਰਾ ਮਹੇਸ਼। ਮੈਲੇ ਸਿੱਧ ਸਾਧਕ ਅਰ ਭੇਖ। ਮੈਲੇ ਜੋਗੀ ਜੰਗਮ ਜਟਾ ਸਮੇਤ। ਮੈਲੀ ਕਾਇਆ ਹੰਸ ਸਮੇਤ। ਕਹੇ ਕਬੀਰ ਤੇ ਜਨ ਕਰਮਾਨ। ਨਿਰਮਲ ਤੇ ਜੋ ਬ੍ਰਹਮ ਹੀ ਜਾਨ। ਕਹੇ ਕਬੀਰ ਤੇ ਜਨ ਕਰਮਾਨ। ਨਿਰਮਲ ਤੇ ਜੋ ਬ੍ਰਹਮ ਹੀ ਜਾਨ। ਮੈਲਾ ਬ੍ਰਹਮਾ ਮੈਲਾ ਇੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਚਵਰ ਸਦਰ ਦੇ ਮਾਲਕ, ਜੁਗ ਜੁਗ ਅਟਲ ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ, ਅੰਤਰਜਾਮੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ, ਸਤਿਗੁਰੂ ਸਾਹਿਬਾਂ ਦੀ ਅਪਾਰ ਕਿਰਪਾ ਦਇਆ ਸਦਕਾ ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਬਾਣੀ ਅੰਮ੍ਰਿਤ ਬਾਣੀ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਘਰ ਪਹੁੰਚ ਕਰਕੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਭ ਪ੍ਰਾਪਤ ਕੀਤਾ, ਆਨੰਦ ਮਾਣਿਆ ਹੈ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਗੁਰਬਾਣੀ ਦੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਲਾ ਬ੍ਰਹਮਾ ਮੈਲਾ ਇੰਦ। ਸਾਧ ਸੰਗਤ, ਸਤਿਗੁਰੂ ਸਾਹਿਬ ਜੀ ਭਗਤ ਰਸਨਾ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਭੈਰੋ ਰਾਗ ਦੇ ਅੰਦਰ ਭਗਤ ਕਬੀਰ ਜੀ ਦੇ ਪਾਸ ਕੁਝ ਬ੍ਰਾਹਮਣ, ਕੁਝ ਮੁਸਲਮਾਨ ਚੱਲ ਕਰਕੇ ਆਏ। ਜੋ ਬ੍ਰਾਹਮਣ ਸਨ, ਇਹਨਾਂ ਵਿੱਚੋਂ ਕੁਝ ਫਕੀਰ ਹਨ ਜਿਨ੍ਹਾਂ ਨੇ ਦੇਵਤਿਆਂ ਦੀ ਵਡਿਆਈ ਕਰਨੀ ਆਰੰਭ ਕਰ ਦਿੱਤੀ। ਭਗਤ ਕਬੀਰ ਜੀ ਦੇ ਤਾਈਂ ਕਹਿਣ ਲੱਗੇ, ਬ੍ਰਹਮਾ ਜੀ ਬੜੇ ਵੱਡੇ ਹੋਏ ਹਨ। ਵਿਸ਼ਨੂੰ ਜੀ ਨੇ 4 ਅਵਤਾਰ ਧਾਰਨ ਕੀਤੇ। ਸ਼ਿਵ ਜੀ ਨੂੰ ਬੜਾ ਲੋਕ ਪੂਜਦੇ ਹਨ। ਇਸ ਤਰ੍ਹਾਂ ਦੇਵਤਿਆਂ ਦੇ ਗੁਣ ਗਾਉਣ ਲੱਗੇ ਹਨ। ਉਸ ਸਮੇਂ ਭਗਤ ਜੀ ਕਹਿਣ ਲੱਗੇ, ਭਾਈ ਵੱਡਾ ਉਹ ਹੁੰਦਾ ਹੈ ਜਿਸ ਦੇ ਵਿੱਚ ਮਲੀਨਤਾ ਨਾ ਹੋਵੇ, ਮੈਲ ਨਾ ਹੋਵੇ। ਜੋ ਬ੍ਰਹਮਾ ਜੀ ਹਨ,
ਇਹਨਾਂ ਵਿੱਚ ਵੀ ਮੈਲ ਸੀ, ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਪੈਦਾ ਹੋਈ ਨਾਭ ਕਮਲ ਤੇ ਬ੍ਰਹਮਾ ਉਪਜੀ, ਵੇਦ ਪੜ੍ਹੈ ਮੁਖ ਕੰਠ ਸਵਾਰ, ਹੰਕਾਰ ਕਰਨਾ ਕੀਤਾ। ਉਸ ਸਮੇਂ ਮਨ 'ਚ ਇਹ ਵਿਚਾਰਿਆ ਕਿ ਮੈਂ ਇੱਕ ਹੀ ਹਾਂ ਔਰ ਮੈਂ ਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ। ਭਵਿੱਖਬਾਣੀ ਹੋਈ, ਬ੍ਰਹਮਾ ਤੈਨੂੰ ਇਸ ਕਮਲ ਨੇ ਪੈਦਾ ਕੀਤਾ, ਪਰ ਮਨ ਵਿੱਚ ਹੰਕਾਰ ਸੀ ਤੇ ਉਸ ਕਮਲ ਦੀ ਨਾਭੀ ਨੂੰ ਲੱਤ ਮਾਰੀ। ਤੀਜੀ ਵਾਰ ਲੱਤ ਮਾਰਨ ਤੇ ਨਾਭ ਦੇ ਕਮਲ ਵਿੱਚ ਡਿੱਗ ਪਿਆ। ਇਸ ਤਰ੍ਹਾਂ ਕਈ ਯੁੱਗ ਹੇਠਾਂ ਹੀ ਗਿਆ, ਪਰ ਉਸ ਨਾਭ ਕਮਲ ਦਾ ਅੰਤ ਨਾ ਪਾਇਆ। ਮਨ ਵਿੱਚ ਨਿਰਾਸ਼ ਹੋ ਕਰਕੇ ਫਿਰ ਸਾਧ ਸੰਗਤ ਇਸ ਨੇ ਪਰਮਾਤਮਾ ਦੇ ਸਨਮੁਖ 4 ਵੇਦ ਉਚਾਰਨ ਕੀਤੇ। ਉਸ ਸਮੇਂ ਸਤਿਗੁਰੂ ਮਹਾਰਾਜ ਕਹਿੰਦੇ ਬ੍ਰਹਮਾ ਜੀ ਨੇ ਪਰਮੇਸ਼ਰ ਦੀ ਵਡਿਆਈ ਕੀਤੀ ਤਾਂ ਹੀ ਟਿਕਾ ਪ੍ਰਾਪਤ ਹੋਇਆ, ਉਸ ਨਾਭ ਕਮਲ ਵਿੱਚੋਂ ਬਾਹਰ ਨਿਕਲ ਸਕੇ। ਇਸ ਤਰ੍ਹਾਂ ਬ੍ਰਹਮਾ ਜੀ ਦੇ ਘਰ ਇੱਕ ਸਰਸਵਤੀ ਇਸ ਪੁੱਤਰੀ ਨੇ ਜਨਮ ਲਿਆ, ਜਿਸ ਦਾ ਨਾਮ ਤਲੋਚਨਾ ਕਰਕੇ ਵੀ ਆਉਂਦਾ। ਆਪਣੀ ਪੁੱਤਰੀ ਤੇ ਹੀ ਮੋਹਿਤ ਹੋਣ ਕਰਕੇ ਰੋਹਿਣੀ ਨਾਮੇ ਪੁੱਤਰ ਪੈਦਾ ਹੋਇਆ। ਤੇ ਭਗਤ ਜੀ ਕਹਿੰਦੇ ਦੇਖੋ ਇਸ ਦੇ ਤਾਈਂ ਵੀ ਕਾਮ ਵਿਕਾਰ ਦੀ ਮੈਲ ਲੱਗੀ ਹੋਈ ਹੈ। ਬ੍ਰਹਮਾ ਵੀ ਮੈਲਾ ਹੈ, ਮੈਲਾ ਇੰਦ। ਜੋ ਇੰਦਰ ਹੈ ਸਾਧ ਸੰਗਤ, ਇਸ ਤੇ ਵੀ ਗਾਥਾ ਆਉਂਦੀ ਹੈ। ਜਿਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕੀਤੇ, ਗੌਤਮ ਤਪਾ ਅਹਲਿਆ ਇਸਤਰੀ, ਤਿਸ ਦੇਖ ਇੰਦਰ ਲੁਭਾਇਆ। ਜਿਹੜਾ ਗੌਤਮ ਰਿਸ਼ੀ ਸੀ ਉਸ ਦੇ ਘਰ ਜਾ ਕਰਕੇ ਇਸ ਦੀ ਅਹਲਿਆ ਨਾਮ ਇਸਤਰੀ ਦੇ ਨਾਲ ਸੰਬੰਧ ਬਣਾਉਣ ਕਰਕੇ ਇੰਦਰ ਨੂੰ ਗੌਤਮ ਰਿਸ਼ੀ ਨੇ 1000 ਭਗਾਂ ਦਾ ਸ਼ਰਾਪ ਦੇਣਾ ਕੀਤਾ। ਔਰ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਇਸ ਨੂੰ ਸ਼ਰਾਪ ਮਿਲਿਆ, ਮਾਨ ਸਰੋਵਰ ਤੇ ਆ ਕਰਕੇ ਲੁਕ ਜਾਣਾ ਕੀਤਾ ਤੇ ਉੱਥੇ ਰੋਣਾ ਕੀਤਾ। ਸਹਿਸ ਸਰੀਰ ਚਿਹਨ ਭਗ ਹੋਏ, ਤਾ ਮਨ ਪਛੋਤਾਇਆ। ਸਰੀਰ ਤੇ ਨਿਸ਼ਾਨ ਬਣਨ ਕਰਕੇ, ਫੁੱਟ ਜਾਣ ਕਰਕੇ ਮਨ ਵਿੱਚ ਪਛਤਾਤਾਪ ਕੀਤਾ। ਇਸ ਤਰ੍ਹਾਂ ਜਿਹੜਾ ਇੰਦਰ ਹੈ ਆਪਣੇ ਸਵਰਗ ਦੇ ਵਿੱਚ ਉਰਵਸ਼ੀ ਸਚੀ ਆਪਣੀਆਂ ਅਪਛਰਾਵਾਂ ਇਸਤਰੀਆਂ ਨੂੰ ਤਿਆਗ ਕਰਕੇ ਗੌਤਮ ਰਿਸ਼ੀ ਦੇ ਘਰ ਵਿੱਚ ਆਉਣ ਕਰਕੇ ਇਸ ਨੂੰ ਵੀ ਸ਼ਰਾਪ ਪ੍ਰਾਪਤ ਹੋਇਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਵੀ ਮੈਲਾ ਹੈ, ਬ੍ਰਹਮਾ ਵੀ ਮੈਲਾ ਹੈ, ਇੰਦਰ ਨੂੰ ਵੀ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ। ਰਵ ਮੈਲਾ ਮੈਲਾ ਹੈ ਚੰਦ। ਫਿਰ ਰਵ ਕਹਿੰਦੇ ਨੇ ਸੂਰਜ ਦੇ ਤਾਈ, ਸੂਰਜ ਵੀ ਮੈਲਾ ਹੈ। ਸੂਰਜ ਦੀ ਵੀ ਸਾਧ ਸੰਗਤ ਗਾਥਾ ਆਉਂਦੀ ਹੈ। ਕੱਛਪ ਰਿਸ਼ੀ ਹੋਇਆ, ਇਸ ਦੀਆਂ 13 ਸਪਤਨੀਆਂ ਸਨ। ਇੱਕ ਦਾ ਨਾਮ ਸੀ ਅਦਿਤੀ। ਅਦਿਤੀ ਦੇ ਗਰਭ ਦੇ ਵਿੱਚ ਜਦੋਂ ਇਹ ਬੱਚਾ ਪਲ ਰਿਹਾ ਸੀ ਤਾਂ ਉਸ ਸਮੇਂ ਧਰਤੀ ਦਾ ਪੁੱਤਰ ਮੰਗਲ
ਕਹਿੰਦੇ ਪਿੱਛਿਆ ਲੈਣ ਵਾਸਤੇ ਇਸ ਦੇ ਘਰ ਆਇਆ ਔਰ ਆ ਕਰਕੇ ਕਿਹਾ ਕਿ ਮੈਨੂੰ ਕੁਝ ਪਿੱਛਿਆ ਪਾਉਣਾ ਕਰੂ। ਤਾਂ ਉਸ ਸਮੇਂ ਅਦਿਤੀ ਨੇ ਥੋੜ੍ਹਾ ਉੱਠਣ ਤੋਂ ਆਲਸ ਕੀਤਾ। ਇਸ ਤਰ੍ਹਾਂ ਦੇਖ ਕਰਕੇ ਜਿਹੜਾ ਮੰਗਲ ਸੀ ਉਸਨੇ ਇਸ ਨੂੰ ਸ਼ਰਾਪ ਦੇ ਦਿੱਤਾ ਕਿ ਜਿਹੜਾ ਤੇਰੇ ਗਰਭ ਵਿੱਚ ਪੁੱਤਰ ਹੈ ਉਹ ਮਰ ਜਾਣਾ ਕਰੇ। ਤਾਂ ਉਸ ਸਮੇਂ ਸਾਧ ਸੰਗਤ ਜਦੋਂ ਕੱਛਪ ਰਿਖੀ ਘਰੇ ਆਇਆ ਤੇ ਇਸ ਦੀ ਇਸਤਰੀ ਨੇ ਦੱਸਿਆ ਕਿ ਮੈਨੂੰ ਮੰਗਲ ਨੇ ਸ਼ਰਾਪ ਦੇ ਦਿੱਤਾ ਹੈ ਤੇ ਬੱਚਾ ਗਰਭ ਵਿੱਚ ਹੀ ਮਰ ਗਿਆ। ਕੱਛਪ ਰਿਖੀ ਕਹਿਣ ਲੱਗਿਆ, ਮੈਂ ਆਪਣੀ ਤਾਕਤ ਦੇ ਨਾਲ ਇਸ ਨੂੰ ਮਰਨ ਨਹੀਂ ਦੇਵਾਂਗਾ, ਇਹ ਜਨਮ ਲਵੇਗਾ, ਪਰ ਇਸ ਦਾ ਉੱਪਰਲਾ ਸਰੀਰ ਹੈ ਉਹ ਮੁਰਦਾ ਹੀ ਰਹੇਗਾ ਤੇ ਜਿਹੜਾ ਵਿਚਲਾ ਸਰੀਰ ਹੈ ਉਹ ਉਸੇ ਤਰ੍ਹਾਂ ਜਿਉਂਦਾ ਰਹੇਗਾ। ਇਸ ਤਰ੍ਹਾਂ ਜਦੋਂ ਸੂਰਜ ਦਾ ਜਨਮ ਹੋਇਆ ਤੇ ਇਸ ਦਾ ਜਿਹੜਾ ਉੱਪਰਲਾ ਸਰੀਰ ਸੀ ਉਹ ਸਾਧ ਸੰਗਤ ਮੁਰਦਾ ਸੀ, ਇਸ ਲਈ ਇਸ ਨੂੰ ਮਾਰ ਕੰਡ ਕਿਹਾ ਜਾਂਦਾ ਹੈ। ਮਾਰ ਨਾਮ ਮਰਿਆ ਹੋਇਆ ਆਂਡਾ, ਮਰੇ ਹੋਏ ਆਂਡੇ ਤੋਂ ਇਹ ਪੈਦਾ ਹੋਇਆ ਸੀ। ਤਾਂ ਉਸ ਸਮੇਂ ਇਸ ਦਾ ਜਿਹੜਾ ਵਿਆਹ ਹੈ ਵਿਸ਼ਵਕਰਮਾ ਦੀ ਪੁੱਤਰੀ ਸਰਬੰਚਲਾ ਦੇ ਨਾਲ ਹੋ ਗਿਆ, ਜਿਸ ਤੋਂ ਧਰਮ ਰਾਜਾ ਮਨੂ ਇਹ ਦੋ ਪੁੱਤਰਾਂ ਨੇ ਜਨਮ ਲਿਆ ਤੇ ਜਮਨਾ ਇੱਕ ਇਸਤਰੀ ਨੇ ਜਨਮ ਲਿਆ। ਉਸ ਸਮੇਂ ਜਿਹੜੀ ਸਰਬੰਚਲਾ ਸੀ ਜਦੋਂ ਉਹ ਸੂਰਜ ਦੇ ਚਿਹਰੇ ਨੂੰ ਦੇਖ ਜਾਂਦੀ ਤਾਂ ਡਰ ਜਾਂਦੀ ਸੀ। ਇੱਕ ਦਿਨ ਇਸ ਨੇ ਡਰੀ ਹੋਈ ਨੇ ਆਪਣੇ ਪੇਕੇ ਜਾਣਾ ਕੀਤਾ, ਪਰ ਜਦੋਂ ਪੇਕੇ ਪਹੁੰਚੀ ਤੇ ਸਾਰੀ ਗੱਲ ਦੱਸੀ, ਇਸ ਦੇ ਪਿਤਾ ਵਿਸ਼ਵਕਰਮਾ ਨੇ ਕਿਹਾ ਕਿ ਤੂੰ ਆਪਣੇ ਪਤੀ ਨੂੰ ਬਿਨਾਂ ਦੱਸੇ ਮੇਰੇ ਕੋਲ ਆਈ ਹੈ, ਇਸ ਲਈ ਇੱਥੇ ਮੇਰੇ ਘਰ 'ਚ ਤੈਨੂੰ ਕੋਈ ਜਗ੍ਹਾ ਨਹੀਂ। ਤੇ ਇਹ ਸਰਬੰਚਲਾ ਸਾਧ ਸੰਗਤ ਕਹਿੰਦੇ ਘੋੜੀ ਦਾ ਰੂਪ ਧਾਰਨ ਕਰਕੇ ਜੰਗਲ ਵੱਲ ਚਲੀ ਗਈ। ਇਸ ਨੇ ਸੂਰਜ ਦੇ ਘਰ ਵਿੱਚ ਇੱਕ ਪਰਛਾਈ ਨੂੰ ਛੱਡ ਦਿੱਤਾ, ਆਪਣੇ ਤੋਂ ਪਰਛਾਈ ਬਣਾ ਕਰਕੇ ਛੱਡ ਦਿੱਤੀ। ਉਹ ਪਰਛਾਈ ਸੂਰਜ ਦੇ ਨਾਲ ਕਾਫੀ ਸਮਾਂ ਰਹੀ, ਜਿਸ ਤੋਂ ਸ਼ਨੀ ਆਦਿਕ ਪੁੱਤਰ ਪੈਦਾ ਹੋਏ। ਇੱਕ ਦਿਨ ਕੀ ਹੋਇਆ ਕਿ ਇਸ ਪਰਛਾਈ ਦਾ ਜਿਹੜਾ ਧਰਮ ਰਾਜਾ ਸੀ ਉਸ ਦੇ ਨਾਲ ਝਗੜਾ ਹੋ ਗਿਆ। ਧਰਮ ਰਾਜੇ ਨੇ ਇਸ ਦੇ ਤਾਈਂ ਲੱਤ ਮਾਰੀ। ਜਦੋਂ ਲੱਤ ਮਾਰੀ ਤਾਂ ਇਸ ਨੇ ਸ਼ਰਾਪ ਦਿੱਤਾ ਕਿ ਇਹ ਲੱਤ ਗਲ ਜਾਵੇ। ਉੱਧਰ ਜਦੋਂ ਸੂਰਜ ਨੂੰ ਪਤਾ ਲੱਗਿਆ, ਉਹ ਕਹਿਣ ਲੱਗਿਆ ਵੀ ਇੱਕ ਮਾਂ ਆਪਣੇ ਪੁੱਤਰ ਨੂੰ ਕਦੇ ਸ਼ਰਾਪ ਨਹੀਂ ਦੇ ਸਕਦੀ, ਭਾਵੇਂ ਕਿੱਡੀ ਵੀ ਗਲਤੀ ਹੋਵੇ, ਪਰ ਤੂੰ ਮੈਨੂੰ ਸੱਚ ਦੱਸ ਕਿ ਕੌਣ ਹੈ। ਉਸ ਸਮੇਂ ਇਸ ਪਰਛਾਈ ਨੇ ਦੱਸਿਆ ਕਿ ਮੈਂ ਸਰਬੰਚਲਾ ਦੀ ਪਰਛਾਈ ਹਾਂ ਤੇ ਸ਼ਨੀ ਦੇਵਤਾ ਤੇ ਹੋਰ ਜਿਹੜੇ ਹਨ ਇਹ ਮੇਰੇ ਪੁੱਤਰ ਨੇ ਤੇ ਧਰਮ ਰਾਜਾ ਮਨੂ ਤੇ ਜਮਨਾ ਇਹ ਤਿੰਨ ਸਰਬੰਚਲਾ ਦੇ ਪੁੱਤਰ ਨੇ, ਉਸ ਦੀ ਪੁੱਤਰੀ ਹੈ। ਤਾਂ ਇਸ ਤਰ੍ਹਾਂ ਦੱਸਿਆ। ਉਸ ਸਮੇਂ ਸੂਰਜ ਕਹਿੰਦੇ ਆਪਣੇ ਸਹੁਰੇ ਵਿਸ਼ਵਕਰਮਾ ਕੋਲ ਜਾ ਕਰਕੇ ਕਹਿਣ ਲੱਗਿਆ ਕਿ ਤੇਰੀ ਪੁੱਤਰੀ ਮੈਨੂੰ ਬਿਨਾਂ ਦੱਸੇ ਇੱਥੇ ਆ ਗਈ ਹੈ, ਉਸ ਨੂੰ ਤੂੰ ਆਪਣੇ ਘਰ ਕਿਉਂ ਰਹਿਣ ਦਿੱਤਾ। ਵਿਸ਼ਵਕਰਮਾ ਕਹਿਣ ਲੱਗਿਆ ਵੀ ਮੇਰੇ ਕੋਲ ਤਾਂ ਉਹ ਆਈ ਸੀ, ਪਰ ਮੈਂ ਉਸ ਨੂੰ ਝਿੜਕ ਦਿੱਤਾ ਕਿ ਤੂੰ ਆਪਣੇ ਪਤੀ ਨੂੰ ਬਿਨਾਂ ਦੱਸੇ ਕਿਉਂ ਆਈ ਹੈ। ਇਸ ਤਰ੍ਹਾਂ ਉਹ ਹੁਣ ਜੰਗਲ ਵਿੱਚ ਚਲੀ ਗਈ ਹੈ ਤੇ ਉਹ ਤੇਰੇ ਇਸ ਮੁਰਦਾ ਸਰੀਰ ਤੋਂ ਡਰਦੀ ਹੈ, ਕਿਉਂਕਿ ਉੱਪਰਲਾ ਸਰੀਰ ਮੁਰਦਾ ਸੀ। ਤਾਂ ਉਸ ਸਮੇਂ ਵਿਸ਼ਵਕਰਮਾ ਕਹਿਣ ਲੱਗਿਆ ਕਿ ਜਿਹੜਾ ਮੇਰਾ ਇਹ ਖਰਾ ਹੈ ਨਾ, ਸੰਤਾਂ ਨੂੰ
ਤਿੱਖੇ ਕਰਨ ਵਾਲਾ, ਤੂੰ ਉਸ ਦੇ ਉੱਪਰ ਚੜ੍ਹਨਾ ਕਰ, ਫਿਰ ਜਿਹੜੀ ਤੇਰੀ ਉੱਪਰਲੀ ਚਮੜੀ ਹੈ ਇਹ ਲਹਿ ਜਾਵੇਗੀ ਅਤੇ ਵਿੱਚੋਂ ਤੇਰੀ ਚਮਕਦੀ ਹੋਈ ਚਮੜੀ ਪ੍ਰਾਪਤ ਹੋਵੇਗੀ। ਇਸ ਤਰ੍ਹਾਂ ਸਾਧ ਸੰਗਤ ਜਿਹੜਾ ਸੂਰਜ ਸੀ ਇਸ ਨੇ ਵਿਸ਼ਵਕਰਮਾ ਦੇ ਖਰਾ ਉੱਪਰ ਚੜ੍ਹਨਾ ਕੀਤਾ ਅਤੇ ਉੱਪਰਲੀ ਸਾਰੀ ਚਮੜੀ ਛਿੱਲ ਕਰਕੇ ਵਿੱਚੋਂ ਚਮਕਦਾ ਹੋਇਆ ਨਿਕਲ ਆਇਆ। ਫਿਰ ਇਸ ਨੇ ਆਪਣਾ ਰੂਪ ਵਟਾ ਕਰਕੇ ਜੰਗਲ ਵਿੱਚ ਚਲਿਆ ਗਿਆ ਅਤੇ ਉੱਥੇ ਆਪਣੀ ਇਸਤਰੀ ਦੇ ਨਾਲ ਰਿਹਾ। ਇਸ ਤਰ੍ਹਾਂ ਇਸ ਨੇ ਆਪਣੀ ਇਸਤਰੀ ਦੇ ਪਿਆਰ ਦੇ ਵਿੱਚ ਖਰਾ ਉੱਪਰ ਚੜ੍ਹਨਾ ਕੀਤਾ। ਆਪਣਾ ਮੁਰਦਾ ਜਿਹੜੀ ਚਮੜੀ ਸੀ ਉਹ ਲਹਾ ਲੈਣਾ ਕੀਤੀ ਸੀ। ਇਸ ਕਰਕੇ ਸੂਰਜ ਬਹੁਤ ਚਮਕਦਾ ਹੈ। ਤਾਂ ਭਗਤ ਕਬੀਰ ਜੀ ਕਹਿੰਦੇ, ਦੇਖੋ ਭਾਈ, ਇਹ ਸੂਰਜ ਵੀ ਤਾਂ ਮੈਲਾ ਹੀ ਹੈ ਨਾ। ਫਿਰ ਇਸ ਦੇ ਵਿੱਚ ਤਮੋ ਗੁਣ ਹੈ, ਕਿਉਂਕਿ ਸਾਧ ਸੰਗਤ ਕਈ ਲੋਕ ਜਿਹੜੇ ਹਨ ਸੂਰਜ ਦੇਵਤਾ ਮੰਨ ਕਰਕੇ ਇਸ ਦੀ ਪੂਜਾ ਕਰਦੇ ਨੇ। ਭਗਤ ਜੀ ਕਹਿੰਦੇ ਸੂਰਜ ਵਿੱਚ ਵੀ ਮੈਲ ਹੈ ਤਮੋ ਗੁਣ ਕਰਕੇ। ਫਿਰ ਇਸ ਨੇ ਆਪਣੀ ਇਸਤਰੀ ਨੂੰ ਪ੍ਰਾਪਤ ਕਰਨ ਵਾਸਤੇ ਖਰਾ 'ਤੇ ਚੜ੍ਹਨਾ ਕੀਤਾ। ਇਹ ਮਲੀਨਤਾ ਹੈ, ਇਸ ਦੇ ਵਿੱਚ ਮੈਲਾ ਹੈ ਚੰਦ, ਅਤੇ ਚੰਦਰਮਾ ਵੀ ਮੈਲਾ ਮੰਨਿਆ ਜਾਂਦਾ ਹੈ, ਕਿਉਂਕਿ ਕਹਿੰਦੇ ਚੰਦਰਮਾ ਨੇ ਜਦੋਂ ਇੰਦਰ ਗੌਤਮ ਰਿਖੀ ਦੇ ਘਰ ਵਿੱਚ ਗਿਆ, ਉਸ ਸਮੇਂ ਇਹਨਾਂ ਨੇ ਪਹਿਲਾਂ ਵਿਉਂਤ ਬਣਾਈ ਸੀ ਗੌਤਮ ਰਿਖੀ ਨੂੰ ਦੂਰ ਕਰਨ ਵਾਸਤੇ। ਚੰਦਰਮਾ ਨੇ ਕੁੱਕੜ ਬਣ ਕਰਕੇ ਸਮੇਂ ਤੋਂ ਪਹਿਲਾਂ ਬਾਂਗ ਦੇ ਦਿੱਤੀ। ਗੌਤਮ ਰਿਖੀ ਅੰਮ੍ਰਿਤ ਵੇਲਾ ਹੋਇਆ ਜਾਣ ਕਰਕੇ ਉਸ ਸਮੇਂ ਗੋਦਾਵਰੀ 'ਤੇ ਸਾਧ ਸੰਗਤ ਇਸ਼ਨਾਨ ਕਰਨ ਚਲਿਆ ਗਿਆ। ਜਿੱਥੇ ਹਜ਼ੂਰ ਸਾਹਿਬ ਅਸੀਂ ਦਰਸ਼ਨ ਕਰਨ ਜਾਂਦੇ ਹਾਂ, ਇੱਥੇ ਹੀ ਕਹਿੰਦੇ ਗੌਤਮ ਰਿਖੀ ਦਾ ਛੋਟਾ ਜਿਹਾ ਆਸ਼ਰਮ ਵੀ ਹੁੰਦਾ ਸੀ। ਸੋ ਉਸ ਸਮੇਂ ਜਦੋਂ ਇਹ ਗੌਤਮ ਰਿਖੀ ਸਮੇਂ ਤੋਂ ਪਹਿਲਾਂ ਜਦੋਂ ਚੰਦਰਮਾ ਨੇ ਕੁੱਕੜ ਬਣ ਕੇ ਬਾਂਗ ਦਿੱਤੀ, ਗੋਦਾਵਰੀ 'ਤੇ ਇਸ਼ਨਾਨ ਕਰਨ ਵਾਸਤੇ ਗਿਆ, ਅਤੇ ਗੋਦਾਵਰੀ ਨਦੀ ਵਿੱਚੋਂ ਆਵਾਜ਼ ਆਈ ਕਿ ਅਜੇ ਰਿਖੀ ਤੇਰੇ ਇਸ਼ਨਾਨ ਦਾ ਸਮਾਂ ਨਹੀਂ ਹੋਇਆ, ਅਜੇ ਅੰਮ੍ਰਿਤ ਵੇਲਾ ਨਹੀਂ ਹੋਇਆ। ਉਸੇ ਸਮੇਂ ਆਵਾਜ਼ ਆਈ ਕਿ ਤੇਰੇ ਘਰ ਚੋਰ ਲੱਗੇ ਹੋਏ ਹਨ, ਆਪਣੇ ਘਰ ਦੀ ਰੱਖਿਆ ਕਰ। ਇਹ ਗੌਤਮ ਰਿਖੀ ਆਪਣਾ ਪਰਨਾ ਨਿਚੋੜਦਾ ਹੋਇਆ ਛੇਤੀ ਦੇ ਨਾਲ ਆਇਆ, ਅਤੇ ਇਸ ਨੇ ਦੇਖਿਆ ਵੀ ਜਿਹੜਾ ਚੰਦਰਮਾ ਹੈ ਕੁੱਕੜ ਬਣਿਆ ਬੈਠਾ, ਇਸ ਨੇ ਮੇਰੇ ਨਾਲ ਛਲ ਕੀਤਾ ਹੈ, ਅਤੇ ਆਪਣਾ ਗਿੱਲਾ ਪਰਨਾ ਇਸ 'ਤੇ ਵਘਾ ਕਰਕੇ ਮਾਰਿਆ। ਜਦੋਂ ਕਹਿੰਦੇ ਗਿੱਲਾ ਪਰਨਾ ਵੱਜਿਆ ਅਤੇ ਉਹ ਦਾਗ ਪਿਆ ਹੋਇਆ ਹੈ। ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਚੰਦਰਮਾ 'ਤੇ ਦਾਗ ਬਣਿਆ ਹੋਇਆ ਹੈ, ਧੱਬਾ ਬਣਿਆ ਹੋਇਆ ਸਾਧ ਸੰਗਤ, ਇਹ ਕਹਿੰਦੇ ਗੌਤਮ ਰਿਖੀ ਨੇ ਪਰਨਾ ਮਾਰਿਆ ਸੀ ਇਸ 'ਤੇ। ਸੋ ਉਸ ਕਾਰਨ ਕਰਕੇ ਕਿ ਇਸ ਨੂੰ ਹਰ ਸਮੇਂ ਉਹ ਦਾਗ ਲੱਗਿਆ ਹੋਇਆ ਹੈ। ਦੂਸਰਾ, ਜਦੋਂ ਸਾਧ ਸੰਗਤ ਜਿਹੜਾ ਚੰਦਰਮਾ ਸੀ ਇਹਦਾ ਗੁਰੂ ਸੀ ਬ੍ਰਹਿਸਪਤ। ਬ੍ਰਹਿਸਪਤ ਨੇ ਇੱਕ ਦਿਨ ਆਪਣੇ ਘਰ ਇਸ ਨੂੰ ਪਹਿਰਾ ਦੇਣ ਵਾਸਤੇ ਛੱਡ ਕਰਕੇ ਆਪ ਕਿਤੇ ਬਾਹਰ ਚਲਿਆ ਗਿਆ, ਅਤੇ ਚੰਦਰਮਾ ਨੇ ਆਪਣੇ ਗੁਰੂ ਦੀ ਇਸਤਰੀ 'ਤੇ ਮੋਹਿਤ ਹੋ ਕਰਕੇ ਉਸ ਦੇ ਨਾਲ ਮਿਲ ਕਰਕੇ ਬੁੱਧ ਨਾਮੇ ਪੁੱਤਰ ਪੈਦਾ ਕੀਤਾ। ਅਤੇ ਜਿਹੜਾ ਬ੍ਰਹਿਸਪਤ ਸੀ ਉਹ ਕਹੇ ਕਿ ਇਹ ਮੇਰਾ ਪੁੱਤਰ ਹੈ, ਚੰਦਰਮਾ ਕਹੇ ਕਿ ਮੇਰਾ ਪੁੱਤਰ ਹੈ। ਦੇਵਤਿਆਂ ਨੇ ਸਭਾ ਲਗਾਈ ਔਰ ਕਿਹਾ ਕਿ ਬੁੱਧ ਜਿਸ ਦਾ ਪੁੱਤਰ ਹੈ ਉਸ ਦੀ ਝੋਲੀ 'ਚ ਆ ਕੇ ਬੈਠ ਜਾਵੇ। ਤਾਂ ਉਸ ਸਮੇਂ ਇਹ ਜਿਹੜਾ ਬੁੱਧ ਸੀ ਸਾਧ ਸੰਗਤ ਚੰਦਰਮਾ ਦੀ ਝੋਲੀ ਵਿੱਚ ਆ ਕੇ ਬੈਠ ਗਿਆ। ਉਸ ਸਮੇਂ ਬ੍ਰਹਿਸਪਤ ਜੀ ਨੇ ਸ਼ਰਾਪ ਦਿੱਤਾ ਕਿ ਤੂੰ ਹੁਣ ਵੱਧਦਾ ਘਟਦਾ ਰਹੇਗਾ। ਇਸੇ ਤਰ੍ਹਾਂ ਹੀ ਮੰਨਿਆ ਜਾਂਦਾ ਕਿ ਜਿਹੜਾ ਚੰਦਰਮਾ ਹੈ ਇਹ ਵੱਧਦਾ ਘਟਦਾ ਹੈ। ਇਹ ਸ਼ਰਾਪ ਮਿਲੇ ਹੋਏ ਹਨ। ਸੋ ਭਗਤ ਜੀ ਵੀ ਇੱਥੇ ਦੱਸਦੇ ਨੇ, ਭਾਈ ਚੰਦਰਮਾ ਵੀ ਮੈਲਾ ਹੈ, ਕਿਉਂਕਿ ਉਸ ਨੇ ਆਪਣੇ ਗੁਰੂ ਦੀ ਇਸਤਰੀ 'ਤੇ ਮਾੜੀ ਨਿਗਾਹ ਰੱਖਣਾ ਕੀਤੀ। ਅਤੇ ਜਿਹੜਾ ਸੂਰਜ ਹੈ ਉਹ ਵੀ ਮੈਲਾ ਹੈ, ਕਿਉਂਕਿ ਸੂਰਜ ਦੇ
ਆਪਣੀ ਇਸਤਰੀ ਵਾਸਤੇ ਖਰਾਬ ਉੱਪਰ ਚੜ੍ਹਨਾ ਕੀਤਾ ਸੀ। ਸੂਰਜ ਵਿੱਚ ਉਹ ਤਮੋ ਗੁਣ ਹੈ ਔਰ ਚੰਦਰਮਾ ਦੇ ਵਿੱਚ ਵਾਧਾ ਘਟਦਾ ਰਹਿੰਦਾ ਹੈ। ਇਹ ਮਲੀਨਤਾ ਜਾਣ ਨਾ ਕਰੋ। ਮੇਲਾ ਮਲਤਾ ਇਹੋ ਸੰਸਾਰ। ਭਗਤ ਜੀ ਕਹਿੰਦੇ ਮੈਲਾ ਮਲਤਾ, ਮਲੀਨਤਾ ਦੇ ਨਾਲ ਮੈਲਾ ਹੋਇਆ ਇਹ ਸਾਰਾ ਹੀ ਸੰਸਾਰ ਹੈ। ਸੰਸਾਰ ਦੇ ਵਿੱਚ ਜੀਵਾਂ ਦੇ ਅੰਦਰ ਹਉਮੈ ਦੀ ਮੈਲ ਹੈ, ਵਿਕਾਰਾਂ ਦੀ ਮੈਲ ਹੈ, ਅਗਿਆਨਤਾ ਹੈ। ਆਪਣੇ ਸਰੂਪ ਨਾਲੋਂ ਭੁੱਲੇ ਹੋਏ ਪਰਮਾਤਮਾ ਤੋਂ ਦੂਰ ਰਹਿ ਕੇ ਔਗਣ ਕਮਾਉਂਦੇ ਨੇ, ਧੋਖੇ ਕਰਦੇ ਨੇ, ਛਲ ਕਰਦੇ ਨੇ, ਦੂਜਿਆਂ ਨੂੰ ਠੱਗਦੇ ਹਨ। ਹਉਮੈ ਮੈਲ ਜਗ ਦੁਖ ਪਾਇਆ, ਮਲ ਲਾਗੀ ਦੂਜੈ ਭਾਈ। ਮਲ ਹਉਮੈ ਧੋਤੀ ਕਿਵੈ ਨਾ ਉਤਰੈ, ਜੇ ਸੌ ਤੀਰਥ ਨਾਏ। ਸੰਸਾਰ ਦੇ ਜੀਵਾਂ ਨੇ ਹਉਮੈ ਦੀ ਮੈਲ ਕਰਕੇ ਮਹਾਰਾਜ ਕਹਿੰਦੇ ਦੁੱਖ ਪ੍ਰਾਪਤ ਕੀਤਾ। ਜੀਵ ਆਪਣੇ ਸਰੂਪ ਨਾਲੋਂ ਹਉਮੈ ਕਰਕੇ ਭੁੱਲਿਆ ਹੋਇਆ ਹੈ ਔਰ ਭੁੱਲਣ ਕਰਕੇ ਸਾਰੇ ਦੁੱਖ ਹਨ। ਸਾਧ ਸੰਗਤ ਇਸ ਤਰ੍ਹਾਂ ਮਲ ਲਾਗੀ ਦੂਜੈ ਭਾਏ, ਦਵੈਤ ਵਿੱਚ ਮੈਲ ਲੱਗੀ ਹੋਈ ਹੈ ਜੀਵ ਦੇ ਤਾਈਂ। ਬਹੁ-ਵਿਧ ਕਰਮ ਕਮਾਵਣੇ, ਦੂਣੀ ਮਲ ਲਾਗੀ ਆਏ। ਬਹੁਤੇ ਕਰਮ ਵੀ ਕਰਦੇ ਰਹਿਣ ਨਾ ਜੀਵ, ਕਰਮ ਕਾਂਡ ਕਰਨ, ਕਈ ਤਰ੍ਹਾਂ ਦੇ ਜਗ ਕਰਨ, ਪੁੰਨ ਕਰਨ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ, ਤਾਂ ਵੀ ਇਹਨਾਂ ਨੂੰ ਦੁੱਗਣੀ ਮੈਲ ਹੀ ਲੱਗਦੀ ਹੈ। ਇੱਥੇ ਭਗਤ ਕਬੀਰ ਜੀ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੂਰ। ਮਨ 'ਚ ਹੰਕਾਰ ਹੀ ਵੱਧਦਾ ਹੈ ਕਿ ਅਸੀਂ ਤੀਰਥ ਯਾਤਰੂ ਹਾਂ, ਅਸੀਂ ਬੜੇ ਨੇਮੀ ਆ, ਅਸੀਂ ਬੜੇ ਸਮਾਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕੀਤਾ। ਇੱਕ ਪਾਹ ਲਾਥੀ ਨਹਾਤਿਆ, ਦੋਏ ਭਾ ਚੜ੍ਹੀਅਸ ਹੋਰ। ਉਹ ਜੀਵ ਫਿਰ ਸਮਝਦੇ ਨੇ ਕਿ ਤੀਰਥ 'ਤੇ ਇਸ਼ਨਾਨ ਕਰਕੇ ਚੁੱਪੇ ਮਾਰ ਕੇ ਸਾਡੇ ਮਨ ਦੀ ਮੈਲ ਦੂਰ ਹੋ ਗਈ। ਜੋ ਅਸੀਂ ਪਹਿਲਾਂ ਪਾਪ ਕਮਾਏ ਸਨ, ਮਾੜੇ ਕਰਮ ਕੀਤੇ ਸਨ, ਉਹ ਧੋਤੇ ਗਏ ਨੇ। ਤਾਂ ਇਸ ਤਰ੍ਹਾਂ ਸਾਧ ਸੰਗਤ ਵਾਪਸ ਆ ਕਰਕੇ ਫਿਰ ਹੋਰ ਦੁੱਗਣੇ ਪਾਪ ਕਰਦੇ ਨੇ, ਉਸ ਤਰ੍ਹਾਂ ਦੇ ਪਾਪ ਕਮਾਉਂਦੇ ਨੇ। ਮਨ ਵਿੱਚ ਇਹ ਸੋਚ ਕੇ ਕਿ ਫਿਰ ਤੀਰਥ 'ਤੇ ਜਾਵਾਂਗੇ, ਇਸ਼ਨਾਨ ਕਰਾਂਗੇ ਅਤੇ ਮੈਲ ਧੋਤੀ ਜਾਵੇਗੀ। ਸੋ ਇਹ ਉਹਨਾਂ ਨੂੰ ਭਰਮ ਬਣਿਆ ਰਹਿੰਦਾ ਹੈ। ਮੈਲ ਤਾਂ ਇਹੀ ਹੈ ਨਾ ਕਿ ਮਨ ਦੇ ਵਿੱਚ ਵਿਕਾਰ ਨਾਸ ਹੋ ਜਾਣ। ਜਿਸ ਕੱਪੜੇ ਨੂੰ ਧੋ ਲਈਏ ਸਾਫ਼ ਹੋ ਜਾਂਦਾ ਹੈ, ਜਦੋਂ ਮਨ ਦੇ ਵਿੱਚੋਂ ਮੈਲ ਹੀ ਨਾ ਦੂਰ ਹੋਈ, ਈਰਖਾ, ਨਿੰਦਿਆ, ਵਿਕਾਰ ਇਹ ਦੂਰ ਹੀ ਨਾ ਹੋਏ, ਮਨ ਵਿੱਚ ਰੁਚੀ ਬਣੀ ਹੋਈ ਰਹੀ, ਤਾਂ ਫਿਰ ਕਾਹਦਾ ਤੀਰਥ 'ਤੇ ਜਾ ਕੇ ਇਸ਼ਨਾਨ ਕੀਤੇ ਦਾ ਫਲ ਹੈ। ਸੋ ਭਗਤ ਜੀ ਸਾਨੂੰ ਸਮਝਾਉਂਦੇ ਨੇ ਕਿ ਸੰਸਾਰ ਦੇ ਵਿੱਚ ਜੀਵਾਂ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ, ਅਗਿਆਨਤਾ ਦੀ ਮੈਲ ਲੱਗੀ ਹੋਈ ਹੈ। ਮੈਲਾ ਮਲਤਾ, ਹਉਮੈ ਦੀ, ਅਗਿਆਨਤਾ ਦੀ ਮੈਲ ਕਰਕੇ ਇਹ ਸੰਸਾਰ ਸਾਰਾ ਹੀ ਮੈਲਾ ਹੈ, ਮਲੀਨਤਾ ਵਾਲਾ। ਇੱਕ ਹਰ ਨਿਰਮਲ ਜਾਤਾ ਅੰਤ ਨਾ ਪਾਰ। ਇੱਕ ਪਰਮਾਤਮਾ ਵਾਹਿਗੁਰੂ ਹੀ ਹੈ ਜੋ ਨਿਰਮਲ ਹੈ, ਪਵਿੱਤਰ ਹੈ, ਉਜਲ ਹੈ, ਜਿਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ। ਸਾਰਿਆਂ ਦੇ ਹਿਰਦਿਆਂ ਵਿੱਚ ਹੈ, ਸਾਰਿਆਂ ਤੋਂ ਨਿਰਲੇਪ ਰਹਿੰਦਾ ਹੈ। ਪਰਮਾਤਮਾ ਵਾਹਿਗੁਰੂ ਹੈ ਤਾਂ ਸਾਰਿਆਂ ਦੇ ਹਿਰਦਿਆਂ ਵਿੱਚ, ਪਰ ਗੁਪਤ ਵਸਦਾ ਹੈ। ਤੂੰ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨ ਬੁਝੈ ਗਵਾਰੀ। ਪਰਮਾਤਮਾ ਵਾਹਿਗੁਰੂ ਹੈ ਤਾਂ ਸਾਡੇ ਅੰਦਰ ਹੀ, ਪਰ ਜਿੰਨਾ ਸਮਾਂ ਅਸੀਂ ਉਸ ਤੋਂ ਬੇਮੁਖ ਹਾਂ। ਜਿਵੇਂ ਸਾਧ ਸੰਗਤ ਘਰ ਵਿੱਚ ਪਈ ਹੋਈ ਚੀਜ਼ ਜੇ ਮਨੁੱਖ ਨੂੰ ਭੁੱਲ ਜਾਵੇ, ਭਾਵੇਂ ਉਹ ਨੇੜੇ ਹੀ ਪਈ ਹੋਵੇ, ਤਾਂ ਦੂਰ ਬਣ ਜਾਂਦੀ ਹੈ ਭੁੱਲਣ ਕਰਕੇ। ਇਸ ਤਰ੍ਹਾਂ ਪਰਮਾਤਮਾ ਤੋਂ ਜੀਵ ਭੁੱਲਿਆ ਹੋਇਆ ਹੈ, ਪਰਮਾਤਮਾ ਤੋਂ ਬੇਮੁਖ ਹੋਇਆ ਹੋਇਆ ਹੈ। ਇਸ ਨੇ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ। ਖਾਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਅੰਧੇ ਕੋ ਮਿਲੈ ਸਜਾਈ। ਇਸ ਅੰਨੇ ਮਨ ਨੂੰ ਸਜ਼ਾ ਮਿਲਦੀ ਹੈ ਫਿਰ, ਕਿ ਪਰਮਾਤਮਾ ਤੋਂ ਭੁੱਲਣ ਕਰਕੇ ਇਸ ਨੂੰ ਦੋਸ਼ ਹੀ ਦੋਸ਼ ਲੱਗਦੇ ਨੇ।
ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲਨਾਏ। ਰੋਗੀ ਦੀ ਤਰ੍ਹਾਂ ਜੀਵ ਵਿਰਲਾਪ ਕਰਦਾ ਹੈ ਤਾਂ ਵਾਹਿਗੁਰੂ ਅੰਦਰ ਹੀ ਸਦਾ ਇਹਦੇ ਅੰਦਰ ਹੈ, ਸਨਮੁਖ ਹੈ, ਨੇੜੇ ਹੈ, ਪਰ ਮਹਾਰਾਜ ਕਹਿੰਦੇ ਇਸ ਨੂੰ ਦਿਸਦਾ ਨਹੀਂ ਹੈ। ਤੇ ਉਹ ਇੱਕ ਪਰਮਾਤਮਾ ਹੀ ਉਜਲ ਹੈ। ਜੇ ਉਸ ਨੂੰ ਆਪਣੇ ਅੰਦਰ ਹੀ ਮਹਿਸੂਸ ਕਰੇ, ਆਪਣੇ ਅੰਦਰ ਗੁਰੂ ਤੋਂ ਸ਼ਬਦ ਦੀ ਪ੍ਰਾਪਤੀ ਕਰਕੇ ਉਸ ਨੂੰ ਖੋਜਣਾ ਕਰੇ ਤਾਂ ਅੰਦਰੋਂ ਹੀ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਅੰਦਰੋਂ ਹੀ ਆਪਣੀ ਚੇਤਨ ਸੱਤਾ ਨੂੰ, ਆਪਣੀ ਚਿੰਤਾ ਨੂੰ ਖਤਮ ਕਰਕੇ ਚੇਤਨ ਸੱਤਾ ਦੇ ਨਾਲ ਜੋੜਨਾ ਕਰੇ। ਜੋ ਅੰਦਰੋਂ ਪਰਮਾਤਮਾ ਇਸ ਨੂੰ ਆਸਰਾ ਦਿੰਦਾ ਹੈ ਨਾ, ਉਸ ਆਸਰੇ ਨੂੰ ਪਛਾਣੇ ਤਾਂ ਇਹ ਉਸ ਤੱਕ ਪਹੁੰਚ ਸਕਦਾ ਹੈ। ਇੱਕ ਹਰ ਨਿਰਮਲ, ਇੱਕ ਵਾਹਿਗੁਰੂ ਹੀ ਨਿਰਮਲ ਹੈ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੋ ਪਰਮਾਤਮਾ ਸਦਾ ਬੇਅੰਤ ਹੈ। ਰਹਾਉ ਮੈਲੇ ਬ੍ਰਹਮੰਡਾਈ ਕੈ ਈਸ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਨੇ, ਭਾਈ ਇਹ ਜਿੰਨਾ ਬ੍ਰਹਿਮੰਡ ਹੈ, ਇਹਦੇ ਵਿੱਚ ਜਿੰਨੇ ਵੀ ਈਸ ਵੱਡੇ ਰਾਜੇ ਮੰਨੇ ਜਾਂਦੇ ਨੇ, ਉਹ ਸਾਰੇ ਹੀ ਮੈਲੇ ਹਨ। ਜੇ ਕੋਈ ਰਾਜਾ ਬਣ ਕੇ ਬਹਿ ਜਾਂਦਾ ਹੈ, ਜੇ ਕੋਈ ਰਜਵਾੜਿਆਂ ਦਾ ਮਾਲਕ ਬਣ ਕੇ ਬਹਿ ਜਾਂਦਾ ਹੈ, ਉਹ ਸਾਰੇ ਹੀ ਪਦਾਰਥਾਂ ਦੇ ਹੰਕਾਰ ਕਰਕੇ, ਵਿਕਾਰਾਂ ਕਰਕੇ ਮੈਲੇ ਹੋਏ ਪਏ ਨੇ। ਮੈਲੇ ਬ੍ਰਹਮੰਡਾਈ, ਜਿਹੜਾ ਇਹ ਸੰਸਾਰ ਹੈ ਨਾ, ਇਹ ਸਾਰਾ ਹੀ ਸਤਿਗੁਰੂ ਕਹਿੰਦੇ ਜਿੰਨੇ ਆਸਾ ਪਾਸਾ ਦਿਸਦਾ ਹੈ, ਇਹ ਭਾਈ ਮੈਲਾ ਹੀ ਹੈ। ਜਿਸ ਨੇ ਇਸ ਨਾਲ ਚਿੱਤ ਜੋੜਿਆ ਉਹ ਵੀ ਮਨ ਮੈਲਾ ਹੋ ਜਾਵੇਗਾ। ਕੈ ਈਸ, ਤੇ ਕੈ ਨਾਮ ਹੈ ਸਾਧ ਸੰਗਤ ਪਾਣੀ ਦਾ। ਪਾਣੀ ਵੀ ਜਿਹੜਾ ਹੈ ਉਹ ਵੀ ਮੈਲਾ ਹੈ, ਤੇ ਪਾਣੀ ਦਾ ਈਸ ਨਾਮ ਹੈ ਵਰਣ ਦੇਵਤਾ, ਤੇ ਇਹ ਵੀ ਸਾਧ ਸੰਗਤ ਮੈਲਾ ਹੈ। ਇੱਥੇ ਸਤਿਗੁਰੂ ਦੱਸਦੇ ਨੇ, ਭਾਈ ਮੈਲੇ ਬ੍ਰਹਮੰਡਾਏ, ਬ੍ਰਹਮੰਡਾ ਇੱਕੈ ਈਸ। ਜਿਹੜਾ ਪੰਡਿਤ ਤਾਰਾ ਸਿੰਘ ਜੀ ਨੇ ਟੀਕਾ ਕੀਤਾ ਗੁਰਬਾਣੀ ਦਾ, ਉੱਥੇ ਉਹ ਕਹਿੰਦੇ ਜਿਹੜੇ ਬ੍ਰਹਮੰਡ ਹਨ ਇਹ ਤਾਂ ਸਾਰੇ ਮੈਲੇ ਹਨ, ਇੱਕੈ ਈਸ। ਇਹ ਸ਼ਬਦ ਬਣਾਇਆ ਹੈ ਅਰਥ ਵਾਸਤੇ ਕਿ ਇੱਕ ਪਰਮਾਤਮਾ ਜੋ ਈਸ ਸਾਰਿਆਂ ਦਾ ਮਾਲਕ ਹੈ, ਉਹ ਹੀ ਉਜਲ ਹੈ, ਬਾਕੀ ਸਾਰੇ ਮੈਲੇ ਹੀ ਹਨ। ਮੈਲੇ ਨਿਸ ਬਾਸਰ ਦਿਨ ਤੀਸ। ਜਿਹੜੇ ਨਿਸ ਤੇ ਬਾਸਰ, ਨਿਸ ਨਾਮ ਹੈ ਰਾਤ ਦਾ, ਰਾਤਾਂ ਵੀ ਮੈਲੀਆਂ ਹਨ। ਜਿੱਥੇ ਭਗਤ ਕਬੀਰ ਜੀ ਕਹਿੰਦੇ, ਕਬੀਰ ਕਾਲੀ ਹੋਵਹਿ ਰਾਤੀਆ, ਕਾਰੇ ਊਪੇ ਜੰਤ, ਲੈ ਫਾਹੇ ਉਠ ਧਾਵਤੀ, ਸੇ ਜਾਨ ਮਾਰੇ ਭਗਵੰਤ। ਰਾਤਾਂ ਕਾਲੀਆਂ ਹੁੰਦੀਆਂ ਨੇ, ਔਰ ਕਾਲੀਆਂ ਰਾਤਾਂ ਵਿੱਚ ਕਾਲੇ ਮਨਾਂ ਵਾਲੇ ਵਿਕਾਰੀ ਮਨ, ਜਿਹੜੇ ਜੀਵ ਚੋਰੀਆਂ ਜਾਰੀਆਂ ਕਰਦੇ ਨੇ, ਉਹਨਾਂ ਦੇ ਮਨ ਵੀ ਮੈਲੇ ਹਨ। ਇਸ ਤਰ੍ਹਾਂ ਹੀ ਕਾਰੇ ਜੀਵ ਪੈਦਾ ਹੋਏ ਹਨ, ਮੈਲੇ ਮਨ ਵਾਲੇ। ਲੈ ਫਾਹੇ ਉਠ ਧਾਵਤੀ, ਫਾਹੇ ਲੈ ਕਰਕੇ ਵਿਕਾਰਾਂ ਦੇ ਦੌੜਦੇ ਹਨ ਸਾਧ ਸੰਗਤ। ਸੇ ਜਾਨ ਮਾਰੇ ਭਗਵੰਤ, ਕਹਿੰਦੇ ਉਹਨਾਂ ਨੂੰ ਭਗਵੰਤ ਪਰਮਾਤਮਾ ਨੇ ਸਮਝੋ ਮਾਰਿਆ ਹੋਇਆ। ਜਿਹੜੇ ਵਿਕਾਰ ਭੋਗਦੇ ਨੇ, ਰਾਤ ਦੇ ਸਮੇਂ ਸ਼ਰਾਬਾਂ ਪੀਂਦੇ ਨੇ, ਜੂਏ ਖੇਡਦੇ ਨੇ, ਪਰਾਏ ਘਰਾਂ 'ਚ ਜਾਂਦੇ ਹਨ, ਭਾਵੇਂ ਉਹ ਚੋਰੀ ਤੇ ਜਾਰੀ ਕਰਦੇ ਨੇ, ਉਹ ਮੈਲੇ ਹਨ। ਬਾਸਰ ਦਿਨ ਤੀਸ, ਬਾਸਰ ਨਾਮ ਦਿਨ ਦਾ ਹੁੰਦਾ। ਬਾਸਰ ਜੋ ਦਿਨ ਹੈ, ਸਤਿਗੁਰੂ ਮਹਾਰਾਜ ਕਹਿੰਦੇ ਉਹ ਵੀ ਮੈਲਾ ਹੈ। ਦੇਖੋ, ਜਿੱਥੇ ਭਗਤ ਮਹਾਰਾਜ ਕਹਿੰਦੇ ਜਿਹੜਾ ਚਿੱਟਾ ਰੰਗ ਹੁੰਦਾ ਹੈ, ਉਹ ਰਾਤ ਨੂੰ ਭਾਵੇਂ ਹਨੇਰੇ ਵਿੱਚ ਹੀ ਪਿਆ ਹੋਵੇ ਤਾਂ ਵੀ ਚਿੱਟਾ ਹੀ ਦਿਸਦਾ, ਤੇ ਜਿਹੜਾ ਕਾਲਾ ਰੰਗ ਹੁੰਦਾ ਸਾਧ ਸੰਗਤ, ਭਾਵੇਂ ਸੂਰਜ ਦੇ ਚਾਨਣ ਵਿੱਚ ਰੱਖ ਦਿਓ, ਉਹਨੇ ਕਾਲਾ ਹੀ ਦਿਸਣਾ, ਉਹ ਕਦੇ ਵੀ ਚਿੱਟਾ ਨਹੀਂ ਹੁੰਦਾ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਨੇ, ਉਹ ਤਾਂ ਸਾਧ ਸੰਗਤ ਸੰਸਾਰ ਵਿੱਚ ਰਹਿੰਦਿਆਂ ਵੀ ਸਵਾਰੇ ਹੋਏ ਨੇ ਪਰਮਾਤਮਾ ਨੇ। ਉਹ ਇਸ ਮੈਲੇ ਸੰਸਾਰ ਦੇ ਵਿੱਚ
ਰਹਿੰਦਿਆਂ ਵੀ ਪਦਾਰਥਾਂ ਵਿੱਚ ਰਹਿੰਦਿਆਂ ਵੀ ਚਿੱਟੇ ਮਨ ਕਰਕੇ ਰਹਿੰਦੇ ਨੇ। ਅਤੇ ਜਿਹੜੇ ਅਗਿਆਨੀ ਪਾਪੀ ਵਿਕਾਰੀ ਜੀਵ ਨੇ ਸਾਧ ਸੰਗਤ, ਉਹ ਭਾਵੇਂ ਮਹਾਂਪੁਰਖਾਂ ਦੀ ਸਭਾ ਵਿੱਚ ਵੀ ਆ ਕੇ ਬੈਠ ਜਾਣ ਤਾਂ ਵੀ ਉਹ ਕਾਲੀ ਰਹਿੰਦੇ ਹਨ। ਇਸ ਤਰ੍ਹਾਂ ਮੈਲੇ ਨਿਸ ਬਾਸਰ, ਦਿਨ ਵੀ ਮੈਲਾ ਹੈ। ਜਿੱਥੇ ਜੀਵ ਦਿਨ ਦੇ ਸਮੇਂ ਵੀ ਚੋਰੀ ਜਾਰੀ, ਧੋਖਾ ਕਪਟ ਛਲ ਕਰਦੇ ਨੇ, ਕਈ ਤਰ੍ਹਾਂ ਦੇ ਨਾਲ ਲੋਕਾਂ ਨੂੰ ਠੱਗਦੇ ਮਾਰਦੇ ਪਾਪ ਕਮਾਉਂਦੇ ਹਨ। ਦਿਨ 30 ਅਤੇ 30 ਦਿਨ 30 ਰੋਜ਼ੇ ਮੰਨੇ ਜਾਂਦੇ ਨੇ। ਮੁਸਲਮਾਨਾਂ ਦੇ ਵਿੱਚ ਉਹ 30 ਰੋਜ਼ੇ ਰੱਖਦੇ ਨੇ। 30 ਰੋਜ਼ਿਆਂ ਦੇ ਵਿੱਚ ਤਾਂ ਆਪਣੇ ਸਰੀਰ 'ਤੇ ਸੰਜਮ ਰੱਖ ਲਿਆ, ਬਾਕੀ ਦਿਨ ਪਾਪ ਕਮਾਉਂਦੇ ਰਹਿੰਦੇ ਨੇ, ਬਾਕੀ ਦਿਨ ਚੋਰੀ ਜਾਰੀ ਕਰਦੇ ਨੇ, ਵਿਕਾਰ ਭੋਗਦੇ ਨੇ। ਕਹਿੰਦੇ ਸਾਨੂੰ ਪਾਪ ਨਹੀਂ ਲੱਗਣਗੇ ਜੇ ਅਸੀਂ 30 ਦਿਨਾਂ ਦੇ ਰੋਜ਼ੇ ਰੱਖ ਲਏ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਉਹ ਸਾਰੇ ਭਾਈ ਫਿਰ ਮੈਲੇ ਹਨ। ਨਿਸ ਬਾਸਰ ਦਿਨ 30, ਰਾਤਾਂ ਵੀ ਮੈਲੀਆਂ ਨੇ ਜਿਨ੍ਹਾਂ ਨੇ ਮੈਲ ਕਮਾਈ, ਉਹਨਾਂ ਵਾਸਤੇ ਦਿਨ ਵੀ ਮੈਲੇ ਨੇ ਜਿਨ੍ਹਾਂ ਨੇ ਪਾਪ ਕੀਤੇ। ਅਤੇ ਜਿਨ੍ਹਾਂ ਨੇ 30 ਰੋਜ਼ੇ ਵੀ ਰੱਖ ਲਏ ਪਰ ਸਾਰੀ ਉਮਰ ਜਿਹੜੇ ਬਾਕੀ ਸਮਾਂ ਹੁੰਦਾ ਪਾਪ ਕਰਦੇ ਨੇ, ਉਹਨਾਂ ਵਾਸਤੇ 30 ਰੋਜ਼ੇ ਵੀ ਮੈਲੇ ਹਨ। ਮੈਲਾ ਮੋਤੀ ਮੈਲਾ ਹੀਰ। ਭਗਤ ਜੀ ਕਹਿੰਦੇ ਮੋਤੀ ਵੀ ਮੈਲਾ ਹੈ। ਮੋਤੀ ਨਾਮ ਹੁੰਦਾ ਹੈ ਮਾਣਕ ਦਾ, ਜਿਹੜੇ ਦੂਜਿਆਂ ਦੇ ਮਨਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਨੇ। ਲਾਲਚ ਪੈਦਾ ਹੋ ਜਾਂਦਾ ਵੀ ਇਹ ਮੋਤੀ ਹੈ ਅਤੇ ਮੇਰੇ ਕੋਲ ਹੋਣਾ ਚਾਹੀਦਾ। ਇਸ ਤਰ੍ਹਾਂ ਭਗਤ ਜੀ ਕਹਿੰਦੇ ਮੋਤੀ ਵੀ ਮੈਲੇ ਨੇ ਭਾਈ, ਇਹਨਾਂ ਦੇ ਅੰਦਰ ਮੋਹ ਹੈ, ਜੀਵਾਂ ਨੂੰ ਆਪਣੇ ਵਿੱਚ ਮੋਹਿਤ ਕਰ ਲੈਂਦੇ ਨੇ, ਲਾਲਚੀ ਬਣਾ ਦਿੰਦੇ ਨੇ। ਇਸ ਕਰਕੇ ਮੋਤੀ ਵੀ ਮੈਲੇ ਹਨ। ਹੀਰੇ ਵੀ ਮੈਲੇ ਹਨ, ਭਾਵੇਂ ਇਹ ਹੈ ਤਾਂ ਚਮਕਦੇ ਹੀ, ਪਰ ਜਦੋਂ ਕਿਸੇ ਨੂੰ ਇਹ ਹੀਰਾ ਆਪਣੀ ਚਮਕ ਦਿਖਾਉਂਦਾ ਹੈ ਨਾ, ਅਤੇ ਉਹਦੇ ਮਨ 'ਚ ਲਾਲਚ ਪੈਦਾ ਹੋ ਜਾਂਦਾ, ਮੋਹ ਪੈਦਾ ਹੋ ਜਾਂਦਾ ਵੀ ਇਹ ਮੇਰੇ ਕੋਲ ਹੋਣਾ ਚਾਹੀਦਾ। ਅਤੇ ਪ੍ਰਾਪਤ ਕਰਨ ਦੀ ਇੱਛਾ ਕਰਕੇ ਮਨੁੱਖ ਚੋਰੀਆਂ ਵੀ ਕਰਦਾ ਹੈ ਕਿ ਹੀਰਾ ਹੀ ਚੋਰੀ ਕਰ ਲਈਏ। ਇਸ ਤਰ੍ਹਾਂ ਹੀਰਾ ਵੀ ਮੈਲਾ ਹੈ। ਮੈਲਾ ਮੋਤੀ ਮੈਲਾ ਹੀਰ। ਮੋਤੀ ਦੇ ਵਿੱਚ ਵੀ ਅਗਿਆਨਤਾ ਹੈ ਅਤੇ ਹੀਰੇ ਵਿੱਚ ਜੜਤਾ ਹੈ। ਕਿਉਂ? ਹੀਰਾ ਜਿਹੜਾ ਹੈ ਉਹ ਬਣਦਾ ਤਾਂ ਪੱਥਰ ਤੋਂ ਹੀ ਹੈ ਨਾ, ਪੱਥਰ ਦਾ ਉਹਦੇ ਵਿੱਚ ਹਿੱਸਾ ਹੁੰਦਾ, ਜਿਸ ਕਰਕੇ ਜੜਤਾ ਬਣੀ ਰਹਿੰਦੀ ਹੈ। ਤਾਂ ਭਗਤ ਜੀ ਕਹਿੰਦੇ ਹੀਰਾ ਅਤੇ ਮੋਤੀ ਦੋਹੇ ਮੈਲੇ ਹਨ। ਮੈਲਾ ਪੌਣ ਹਵ ਅਰ ਨੀਰ। ਭਾਈ ਪੌਣ ਹਵਾ ਵੀ ਮੈਲੀ ਹੈ। ਦੇਖੋ ਜਦੋਂ ਹਨੇਰੀਆਂ ਆਉਂਦੀਆਂ ਨੇ ਅਤੇ ਸਵਾਰੇ ਹੋਏ ਥਾਂ ਵੀ ਉਜੜ ਜਾਂਦੇ ਨੇ, ਦਰਖਤ ਪੱਟੇ ਜਾਂਦੇ ਨੇ, ਕਈਆਂ ਦਾ ਨੁਕਸਾਨ ਹੁੰਦਾ ਹੈ, ਪਸ਼ੂ ਮਾਲ ਡੰਗਰਾਂ ਦਾ, ਘਰਾਂ ਦਾ ਨੁਕਸਾਨ ਹੋ ਜਾਂਦਾ ਹੈ ਹਵਾ ਦੇ ਤੇਜ਼ ਵਗਣ ਕਰਕੇ। ਹਵਾ ਵੀ ਮੈਲੀ ਹੈ ਕਿ ਇਹ ਕਿਤੇ ਜਿੱਥੇ ਸੁਗੰਧੀ ਹੋਵੇ ਉੱਥੇ ਖੁਸ਼ਬੂਦਾਰ ਬਣ ਜਾਂਦੀ ਹੈ, ਅਤੇ ਜਿੱਥੇ ਗੰਦਗੀ ਪਈ ਹੋਵੇ ਉੱਥੇ ਇਹ ਮੁਸ਼ਕ ਬਣ ਜਾਂਦਾ ਹੈ। ਮੁਸ਼ਕ ਨਾਮ ਤਾਂ ਸਾਧ ਸੰਗਤ ਸੁਗੰਧੀ ਦਾ ਹੀ ਹੁੰਦਾ। ਸੋ ਵਿਗੜੀ ਹੋਈ ਹਵਾ ਜਿਹੜੀ ਹੈ ਉਸ ਨੂੰ ਗੰਦੀ ਹਵਾ ਕਹਿ ਦਿੰਦੇ ਨੇ। ਸੋ ਮਹਾਰਾਜ ਕਹਿੰਦੇ ਇਹ ਹਵਾ ਵੀ ਮੈਲਤਾ ਵਾਲੀ ਹੈ, ਮਲੀਨ ਹੈ। ਪਾਵਕ ਨਾਮ ਅੱਗ ਦਾ ਹੁੰਦਾ, ਅੱਗ ਵੀ ਮੈਲੀ ਹੈ, ਇਹਦੇ ਵਿੱਚ ਤਮੋ ਗੁਣ ਹੈ। ਇਹ ਵੀ ਸਾਧ ਸੰਗਤ ਬਹੁਤ ਨੁਕਸਾਨ ਕਰ ਦਿੰਦੀ ਹੈ। ਦੇਖੋ ਫਸਲਾਂ ਦਾ ਨੁਕਸਾਨ ਵੀ ਹੋ ਜਾਂਦਾ, ਘਰਾਂ 'ਚ ਵੀ ਨੁਕਸਾਨ ਹੋ ਜਾਂਦਾ ਅੱਗ ਕਰਕੇ। ਇਹ ਵੀ ਮੈਲੀ ਹੈ। ਨੀਰ ਨਾਮ ਹੈ ਪਾਣੀ ਦਾ, ਪਾਣੀ ਵੀ ਮੈਲਾ ਹੈ। ਜਦੋਂ ਹੜ੍ਹ ਰੂਪ ਧਾਰਨ ਕਰਕੇ ਤਬਾਹੀ ਕਰ ਦਿੰਦਾ ਹੈ, ਪਾਣੀ ਵੀ ਮੈਲਾ ਹੈ। ਮੈਲਾ ਪੌਣ ਪਾਵਕ ਅਰ ਨੀਰ, ਇਹਨਾਂ ਦੇ ਦੇਵਤੇ ਮੰਨੇ ਜਾਂਦੇ ਨੇ। ਕਹਿੰਦੇ ਇੱਕ ਸਮੇਂ ਇੰਦਰ ਆਪਣੇ ਦੇਵਤਿਆਂ ਦੀ ਸਭਾ ਲਾ ਕਰਕੇ ਬੈਠਾ ਸੀ। ਬੜਾ ਹੰਕਾਰ ਹੋ ਗਿਆ ਕਿ ਮੇਰੇ ਕੋਲ ਬੜੀਆਂ ਤਾਕਤਾਂ ਬੈਠੀਆਂ ਨੇ। ਇੰਦਰ ਨੂੰ ਹੰਕਾਰ ਹੋ ਗਿਆ। ਵਾਹਿਗੁਰੂ ਪਰਮਾਤਮਾ ਨੇ ਦੈਵ ਸਰੂਪ ਬਣਾ ਕਰਕੇ ਪਾਸੇ ਹੋ ਕੇ ਬੈਠ ਗਏ। ਇੰਦਰ ਸੋਚੀ ਜਾਵੇ ਵੀ ਆਹ ਜਿਹੜਾ ਦੇਖਿਆ ਨਹੀਂ ਕਦੇ, ਇਹ ਕੌਣ ਹੈ? ਸਭ ਤੋਂ ਪਹਿਲਾਂ ਸਾਧ ਸੰਗਤ ਇੰਦਰ ਨੇ ਜਿਹੜਾ ਪੌਣ ਦੇਵਤਾ ਸੀ, ਹਵਾ ਦਾ ਦੇਵਤਾ, ਉਹਨੂੰ ਭੇਜਿਆ ਕਿ ਜਾ ਪੁੱਛ ਕੇ ਆ ਵੀ ਇਹ ਹੈ ਕੌਣ। ਤਾਂ ਉਸ ਸਮੇਂ ਸਾਧ ਸੰਗਤ ਜਦੋਂ ਜਾ ਕੇ
ਇਸ ਪੌਣ ਦੇਵਤੇ ਨੇ ਪੁੱਛਿਆ ਵੀ ਤੁਸੀਂ ਕੌਣ ਹੋ? ਤਾਂ ਉਹ ਕਹਿੰਦੇ ਵੀ ਤੇਰਾ ਇਹ ਸੁਭਾਅ ਜਿਹੜਾ ਪ੍ਰਸ਼ਨ ਹੈ ਕਰਨਾ ਬਣਦਾ ਨਹੀਂ। ਕਹਿੰਦੇ ਕਿਵੇਂ? ਕਹਿੰਦੇ 5 ਤੱਤ ਸਾਡੇ ਸਰੀਰ ਵਿੱਚ ਨੇ, 5 ਤੱਤ ਤੇਰੇ ਸਰੀਰ 'ਚ ਨੇ। ਸਾਡੇ ਵਿੱਚ ਵੀ ਇੱਕ ਸੂਖਮ ਸਰੀਰ ਹੈ, ਤੇਰੇ ਵਿੱਚ ਵੀ ਇੱਕ ਸੂਖਮ ਸਰੀਰ ਹੈ ਅੰਦਰ। ਸਾਡੇ ਵਿੱਚ ਵੀ ਪਰਮਾਤਮਾ ਦੀ ਜੋਤ ਹੈ, ਤੇਰੇ ਵਿੱਚ ਵੀ। ਤੇਰਾ ਇਹ ਪ੍ਰਸ਼ਨ ਕਰਨਾ ਬਣਦਾ ਨਹੀਂ ਵੀ ਮੈਂ ਕੌਣ ਹਾਂ। ਤੇ ਉਧਰੋਂ ਪੌਣ ਦੇਵਤਾ ਕਹਿਣ ਲੱਗਿਆ ਤੂੰ ਮੈਨੂੰ ਨਹੀਂ ਜਾਣਦਾ, ਮੈਂ ਕੌਣ ਹਾਂ? ਮੈਂ ਪੌਣ ਦੇਵਤਾ, ਮੈਂ ਇੰਨੀਆਂ ਤੇਜ਼ ਹਨੇਰੀਆਂ ਵਗਾ ਸਕਦਾ ਕਿ ਜਿਨ੍ਹਾਂ ਦਰਖਤਾਂ ਦੀਆਂ ਜੜ੍ਹਾਂ ਪਤਾਲ ਵਿੱਚ ਲੱਗੀਆਂ ਹੋਣ ਉਹਨਾਂ ਨੂੰ ਵੀ ਪੱਟ ਦੇਵਾਂਗਾ। ਚੰਗੇ ਚੰਗੇ ਘਰ ਬਾਰ ਸਭ ਕੁਝ ਉਡਾ ਦਿੰਦਾ ਮੈਂ ਜੇ ਚਾਹਾਂ ਤਾਂ ਉਸ ਸਮੇਂ ਜਿਹੜੇ ਦੈਵ ਸਰੂਪ ਬੈਠੇ ਸਨ ਨਾ ਪਰਮਾਤਮਾ, ਉਹਨਾਂ ਨੇ ਇੱਕ ਕੱਖ ਲਿਆ ਕੇ ਰੱਖ ਦਿੱਤਾ। ਜਿਹੜਾ ਘਾਹ ਹੁੰਦਾ ਨਾ, ਘਾਹ ਦੇ ਟੁਕੜੇ ਨੂੰ ਕੱਖ ਕਹਿ ਦਿੰਦੇ ਨੇ। ਉਹ ਸੁੱਕਾ ਹੋਇਆ ਕੱਖ ਅੱਗੇ ਰੱਖ ਦਿੱਤਾ। ਕਹਿੰਦੇ ਲੈ ਫਿਰ ਪੌਣ ਦੇਵਤਾ ਜੀ ਆਹ ਉਡਾ ਕੇ ਦਿਖਾਓ। ਤੇ ਸਾਧ ਸੰਗਤ ਪੌਣ ਦੇਵਤੇ ਨੇ ਪੂਰਾ ਜ਼ੋਰ ਲਾ ਲਿਆ ਤੇ ਉਹ ਕੱਖ ਨਾ ਉਡਾ ਸਕਿਆ, ਨਿਰਾਸ਼ ਜਿਹਾ ਹੋ ਗਿਆ। ਤੇ ਉਸ ਸਮੇਂ ਨੀਵੀਂ ਜੀ ਪਾ ਕੇ ਇੰਦਰ ਕੋਲ ਆ ਗਿਆ। ਇੰਦਰ ਕਹਿਣ ਲੱਗਿਆ ਕੌਣ ਹੈ? ਕਹਿੰਦਾ ਜੀ ਤੁਸੀਂ ਆਪ ਹੀ ਜਾ ਕੇ ਪੁੱਛ ਲਓ। ਤੇ ਉਸ ਸਮੇਂ ਇੰਦਰ ਨੇ ਸਾਧ ਸੰਗਤ ਫਿਰ ਜਿਹੜੀ ਅੱਗ ਦੇਵਤਾ ਸੀ, ਪਾਵਕ ਦੇਵਤਾ, ਉਸ ਨੂੰ ਭੇਜਿਆ। ਤੇ ਉਸ ਸਮੇਂ ਇਸ ਨੇ ਵੀ ਆ ਕੇ ਉਹੀ ਸਵਾਲ ਕੀਤਾ ਕਿ ਤੁਸੀਂ ਕੌਣ? ਤੇ ਅੱਗੇ ਦੈਵ ਸਰੂਪ ਪਰਮਾਤਮਾ ਅੰਤਰਜਾਮੀ ਕਹਿਣ ਲੱਗੇ ਵੀ ਤੇਰਾ ਸਵਾਲ ਕਰਨਾ ਬਣਦਾ ਨਹੀਂ। 5 ਤੱਤ ਸਾਡੇ ਸਰੀਰ 'ਚ ਨੇ, 5 ਤੱਤ ਤੇਰੇ 'ਚ ਨੇ। ਸੂਖਮ ਸਰੀਰ ਸਾਡੇ ਅੰਦਰ ਹੈ, ਤੇਰੇ ਵੀ ਅੰਦਰ ਸੂਖਮ ਸਰੀਰ ਹੈ। ਸਾਡੇ ਵਿੱਚ ਵੀ ਪਰਮਾਤਮਾ ਦੀ ਜੋਤ ਹੈ, ਤੇਰੇ ਅੰਦਰ ਵੀ ਜੋਤ ਹੈ। ਇਹ ਸਵਾਲ ਬਣਦਾ ਨਹੀਂ। ਚੱਲ ਉਸ ਸਮੇਂ ਕਹਿਣ ਲੱਗਿਆ ਵੀ ਤੂੰ ਮੈਨੂੰ ਨਹੀਂ ਜਾਣਦਾ। ਕਹਿੰਦੇ ਜੀ ਤੂੰ ਦੱਸ ਕੌਣ ਹੈ? ਕਹਿੰਦਾ ਮੈਂ ਅਗਨੀ ਦੇਵਤਾ, ਮੈਂ ਜੋ ਚਾਹਾਂ ਸਾੜ ਸਕਦਾ, ਸਾਰਾ ਬ੍ਰਹਿਮੰਡ ਵੀ ਸਾੜ ਸਕਦਾ, ਮੇਰੇ 'ਚ ਇੰਨੀ ਤਾਕਤ ਹੈ। ਤਾਂ ਉਸ ਸਮੇਂ ਅੰਤਰਜਾਮੀ ਜੀ ਕਹਿਣ ਲੱਗੇ ਵੀ ਆਹ ਸਾਡਾ ਇੱਕ ਕੱਖ ਪਿਆ, ਇਹਨੂੰ ਸਾੜ ਕੇ ਦਿਖਾ। ਤਾਂ ਸਾਧ ਸੰਗਤ ਸਾਰਾ ਜ਼ੋਰ ਲਾ ਲਿਆ, ਉਸ ਕੱਖ ਦੇ ਤਾਈਂ ਸਾੜ ਨਾ ਸਕਿਆ। ਨਿਰਾਸ਼ ਜਿਹਾ ਹੋ ਕੇ ਨੀਵੀਂ ਪਾ ਕੇ ਵਾਪਸ ਆ ਗਿਆ। ਉਸ ਸਮੇਂ ਇੰਦਰ ਕਹਿਣ ਲੱਗਾ ਵੀ ਦੱਸ ਹੁਣ ਤੂੰ ਕੌਣ ਹੈ? ਉਹ ਕਹਿੰਦਾ ਜੀ ਤੁਸੀਂ ਆਪ ਜਾ ਕੇ ਵੇਖ ਲਓ। ਤੇ ਕੋਲੇ ਵਰਣ ਦੇਵਤਾ ਬੈਠਾ ਸੀ, ਪਾਣੀ ਦਾ ਦੇਵਤਾ। ਉਹ ਕਹਿਣ ਲੱਗਿਆ ਮੈਂ ਪੁੱਛ ਕੇ ਆਉਣਾ ਕੌਣ ਹੈ। ਤੇ ਉਸ ਸਮੇਂ ਇਸ ਨੇ ਵੀ ਉਹੀ ਸਵਾਲ ਕੀਤੇ, ਉਹੀ ਜਵਾਬ ਹੋਏ। ਇਹ ਕਹਿਣ ਲੱਗਿਆ ਵੀ ਮੈਂ ਵਰਣ ਦੇਵਤਾ, ਪਾਣੀ ਦੀ ਤਾਕਤ ਮੇਰੇ ਕੋਲ ਹੈ ਤੇ ਮੈਂ ਜੋ ਵੀ ਚਾਹਾਂ ਸਭ ਕੁਝ ਡੋਬ ਸਕਦਾ, ਬ੍ਰਹਿਮੰਡ ਵੀ ਡੋਬ ਸਕਦਾ। ਤੇ ਉਸ ਸਮੇਂ ਅੰਤਰਜਾਮੀ ਜੀ ਕਹਿਣ ਲੱਗੇ ਫਿਰ ਤੂੰ ਸਾਡਾ ਆਹ ਕੱਖ ਪਿਆ ਭਾਈ, ਇਹਨੂੰ ਡੋਬ ਕੇ ਦਿਖਾ ਦੇ। ਤੇ ਹੁਣ ਅਸੀਂ ਦੇਖਦੇ ਹਾਂ ਵੀ ਇੱਕ ਕੱਖ ਹੋਵੇ ਉਹਨੂੰ ਪਾਣੀ ਕਿੱਥੇ ਡੋਬ ਸਕਦਾ, ਉੱਪਰ ਹੀ ਤੈਰਦਾ ਰਹਿੰਦਾ। ਇਸ ਤਰ੍ਹਾਂ ਸਾਰਾ ਜ਼ੋਰ ਲਾ ਲਿਆ, ਨੀਵੀਂ ਪਾ ਕੇ ਵਾਪਸ ਆ ਗਿਆ। ਤੇ ਉਸ ਸਮੇਂ ਸਾਧ ਸੰਗਤ ਜਦੋਂ ਤਿੰਨਾਂ ਤੋਂ ਜਵਾਬ ਨਾ ਹੋਇਆ, ਇੰਦਰ ਨੇ ਸੋਚਿਆ ਵੀ ਮੈਂ ਜਾ ਕੇ ਪੁੱਛਦਾ। ਤੇ ਭਗਵਾਨ ਅੰਤਰਜਾਮੀ ਜੀ ਗੁਪਤ ਹੋ ਗਏ ਵੀ ਇਹਨੂੰ ਹੰਕਾਰੀ ਨੂੰ ਕਿਉਂ ਦਰਸ਼ਨ ਦੇਣੇ ਹਨ। ਸੋ ਸਤਿਗੁਰੂ ਕਹਿੰਦੇ ਮੈਲਾ ਪੌਣ ਪਾਵਕ ਅਰ ਨੀਰ, ਪੌਣ ਹਵਾ ਵੀ ਮੈਲੀ ਹੈ, ਹਵਾ ਦੇ ਦੇਵਤੇ ਵੀ ਮੈਲੇ ਹਨ, ਹੰਕਾਰ ਹੋ ਗਿਆ ਸੀ। ਪਾਵਕ ਅਗਨੀ ਵੀ ਜਿਹੜੀ ਹੈ ਮੈਲੀ ਹੈ, ਤੇ ਨੀਰ ਪਾਣੀ ਵੀ ਮੈਲਾ ਮਲੀਨਤਾ ਦੇ ਨਾਲ ਭਰਿਆ ਹੋਇਆ ਹੈ। ਇਹਨਾਂ ਵਿੱਚ ਤਮੋ ਗੁਣ ਜਿਹੜਾ ਹੈ ਉਹ ਮੈਲਾ ਹੈ। ਮੈਲੇ ਸ਼ਿਵ ਸ਼ੰਕਰਾ ਮਹੇਸ਼, ਜਿਹੜਾ ਸ਼ਿਵ ਜੀ ਹੈ ਉਹਦੇ 11 ਅਵਤਾਰ ਮੰਨੇ ਜਾਂਦੇ ਨੇ। 11 ਅਵਤਾਰਾਂ ਵਿੱਚ ਸ਼ਿਵ ਇੱਕ ਨਾਮ ਹੈ ਕਲਿਆਣ ਸਰੂਪ, ਸ਼ੰਕਰਾ ਨਾਮ ਹੈ ਤੇ ਮਹੇਸ਼। ਭਗਤ ਜੀ ਕਹਿੰਦੇ ਇਹ ਵੀ ਮੈਲੇ ਹਨ। ਜਦੋਂ ਸਾਧ ਸੰਗਤ ਵਿਸ਼ਨੂੰ ਨੇ ਆਪਣਾ ਇੱਕ ਅਵਤਾਰ ਬਣਾਉਣਾ ਕੀਤਾ ਸੀ, ਉਸ ਅਵਤਾਰ ਦੇ ਵਿੱਚ 2 ਦੈਂਤ ਸਨ ਆਪਸ ਵਿੱਚ, ਸ਼ੰਭੂ ਤੇ ਵਿਸ਼ੰਭ, ਇਹ 2 ਭਰਾ ਸਨ। ਬ੍ਰਹਮਾ ਦੀ ਕੰਨ ਦੀ ਮੈਲ ਤੋਂ ਪੈਦਾ ਹੋਏ ਸੀ ਤੇ ਇਹਨਾਂ ਨੇ ਯੁੱਧ ਕੀਤਾ। ਪਰ ਉਸ ਸਮੇਂ ਜਦੋਂ
ਵਿਸ਼ਨੂੰ ਨੇ ਅਵਤਾਰ ਬਣਾ ਕਰਕੇ ਇਹਨਾਂ ਨੂੰ ਸਾਧ ਸੰਗਤ ਨਾਸ਼ ਕਰ ਦਿੱਤਾ ਸੀ। ਦੂਜਾ ਕਹਿੰਦੇ ਜਦੋਂ ਇਹਨਾਂ ਨੇ ਦੇਵਤਿਆਂ ਨੇ ਤੇ ਦੈਂਤਾਂ ਨੇ ਮਿਲ ਕਰਕੇ ਸਮੁੰਦਰ ਨੂੰ ਰੜਕਣਾ ਕੀਤਾ, ਉਹਦੇ ਵਿੱਚੋਂ 14 ਰਤਨ ਨਿਕਲੇ। ਜਿਹੜੇ 14 ਰਤਨ ਸਨ ਉਹਨਾਂ ਵਿੱਚੋਂ ਇੱਕ ਅੰਮ੍ਰਿਤ ਵੀ ਨਿਕਲਿਆ, ਤੇ ਜਿਹੜਾ ਉਹ ਅੰਮ੍ਰਿਤ ਸੀ ਨਾ, ਉਹ ਦੇਵਤੇ ਕਹਿੰਦੇ ਵੀ ਅਸੀਂ ਲੈਣਾ ਤੇ ਦੈਂਤ ਕਹਿੰਦੇ ਅਸੀਂ ਲੈਣਾ। ਉਸ ਸਮੇਂ ਦੇਵਤਿਆਂ ਨੇ ਵਿਚਾਰ ਕੀਤੀ ਵੀ ਜੇ ਦੈਂਤਾਂ ਨੇ ਅੰਮ੍ਰਿਤ ਪੀ ਲਿਆ ਤੇ ਇਹ ਤਾਂ ਪਹਿਲਾਂ ਹੀ ਨਹੀਂ ਲੋਟ ਆਉਂਦੇ ਸਾਡੇ ਕੋਲੋਂ, ਪਹਿਲਾਂ ਹੀ ਇਹ ਇੰਨੀਆਂ ਖਰਾਬੀਆਂ ਕਰਦੇ ਨੇ, ਨੁਕਸਾਨ ਕਰਦੇ ਨੇ, ਤੇ ਜੇ ਅੰਮ੍ਰਿਤ ਪੀ ਲਿਆ ਤਾਂ ਅਮਰ ਹੋ ਜਾਣਗੇ। ਤਾਂ ਉਸ ਸਮੇਂ ਕਹਿੰਦੇ ਵਿਸ਼ਨੂੰ ਭਗਵਾਨ ਨੇ ਆਪਣਾ ਇੱਕ ਅਵਤਾਰ ਬਣਾਇਆ। ਉਹ ਸੀ 16 ਸਾਲ ਦੀ ਇੱਕ ਲੜਕੀ, ਬਹੁਤ ਸੁੰਦਰ ਰੂਪ ਸੀ। ਜਦੋਂ ਅਵਤਾਰ ਬਣਾਇਆ ਨਾ ਤੇ ਆ ਕਰਕੇ ਵਿਚਾਲੇ ਬੈਠ ਗਈ ਤੇ ਸਾਰੇ ਉਹਦੇ ਵੱਲ ਝਾਕਣ, ਉਹਦਾ ਰੂਪ ਹੀ ਐਸਾ ਸੀ। ਤੇ ਉਸ ਸਮੇਂ ਉਸ ਅੰਮ੍ਰਿਤ ਨੂੰ ਆਪਣੇ ਹੱਥ ਵਿੱਚ ਲੈ ਕਰਕੇ ਲੁਕੋ ਲੈਣਾ ਕੀਤਾ। ਤੇ ਜਿਹੜੇ ਦੈਂਤ ਸਨ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਇਹ ਅੰਮ੍ਰਿਤ ਹੈ ਨਾ, ਜੇ ਮੇਰੇ ਆਖੇ ਲੱਗੋ ਤਾਂ ਇਹਨਾਂ ਦੇਵਤਿਆਂ ਨੂੰ ਦੇ ਦਿੰਦੇ। ਤਾਂ ਇਸ ਤਰ੍ਹਾਂ ਸਾਧ ਸੰਗਤ ਜਿਹੜਾ ਉਹ ਅਵਤਾਰ ਸੀ ਨਾ, ਤੇ ਉਸ ਸਮੇਂ ਸ਼ਿਵ ਜੀ ਕਹਿਣ ਲੱਗਿਆ ਵਿਸ਼ਨੂੰ ਜੀ ਨੂੰ ਵੀ ਤੁਸੀਂ ਮੈਨੂੰ ਉਹ ਅਵਤਾਰ ਦਿਖਾਓ, ਆਪਣਾ ਜਿਹੜਾ ਤੁਸੀਂ ਦੈਂਤਾਂ ਨੂੰ ਛੜਿਆ ਸੀ ਨਾ, ਉਹ ਮੈਨੂੰ ਅਵਤਾਰ ਬਣਾ ਕੇ ਦਿਖਾਓ। ਤੇ ਵਿਸ਼ਨੂੰ ਕਹਿਣ ਲੱਗੇ ਵੀ ਨਹੀਂ, ਤੂੰ ਉਸ ਅਵਤਾਰ ਦਾ ਜਿਹੜਾ ਸਰੂਪ ਝੱਲ ਨਹੀਂ ਸਕਣਾ, ਇਸ ਲਈ ਤੂੰ ਰਹਿਣ ਦੇ। ਪਰ ਸਾਧ ਸੰਗਤ ਸ਼ਿਵ ਜੀ ਨੇ ਬਹੁਤ ਜਿੱਦ ਕੀਤੀ ਤੇ ਫਿਰ ਉਹ ਵਿਸ਼ਨੂੰ ਭਗਵਾਨ ਨੇ ਅਵਤਾਰ ਬਣਾ ਕਰਕੇ ਜਦੋਂ ਦਿਖਾਇਆ ਤੇ ਸ਼ਿਵ ਜੀ ਪਿੱਛੇ ਲੱਗ ਪਿਆ ਉਸ ਨੂੰ ਪਕੜਨ ਵਾਸਤੇ। ਤੇ ਇਸ ਤਰ੍ਹਾਂ ਕਹਿੰਦੇ ਉਸ ਸਮੇਂ ਸ਼ਿਵ ਜੀ ਦੀ ਜਿਹੜੀ ਬੈਂਦ ਸੀ ਉਹਦੇ ਤੋਂ ਗੋਰਖਨਾਥ ਮਛਿੰਦਰਨਾਥ ਪੈਦਾ ਹੋਏ, ਇਹ ਮੰਨਿਆ ਜਾਂਦਾ ਹੈ। ਗੁਰਬਾਣੀ ਵਿੱਚ ਵੀ ਇਹਨਾਂ ਦੇ ਨਾਮ ਆਉਂਦੇ ਨੇ, ਗੋਰਖਨਾਥ ਦਾ ਵੀ ਨਾਮ ਆਉਂਦਾ, ਮਛਿੰਦਰਨਾਥ ਦਾ ਵੀ ਨਾਮ ਆਉਂਦਾ, ਹਨੂਮਾਨ ਵੀ ਉਦੋਂ ਹੀ ਪੈਦਾ ਹੋਇਆ ਸੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਦੇਖੋ ਇਹ ਵੀ ਮੈਲੇ ਹੀ ਹਨ ਨਾ, ਇਹਨਾਂ ਦੇ ਮਨ ਵਿੱਚ ਵੀ। ਫਿਰ ਭਾਈ ਗੁਰਦਾਸ ਜੀ ਕਹਿੰਦੇ ਤਮੋ ਗੁਣ ਨੂੰ ਧਾਰਨ ਕਰਕੇ ਜੋ ਸ਼ਿਵ ਜੀ ਹੈ ਸੰਸਾਰ ਨੂੰ ਸੰਘਾਰਦਾ, ਇਹ ਤਮੋ ਗੁਣ ਕਰਕੇ ਵੀ ਮੈਲਾ ਹੈ। ਸੋ ਭਗਤ ਜੀ ਇੱਥੇ ਉੱਥੇ ਦੱਸ ਰਹੇ ਨੇ ਭਾਈ ਇਹ ਦੇਵਤੇ ਜਿਹੜੇ ਹਨ, ਭਾਵੇਂ ਉਹ ਸ਼ਿਵ ਜੀ ਹੈ, ਭਾਵੇਂ ਉਹਦਾ ਨਾਮ ਸ਼ੰਕਰ ਕਰਕੇ ਜਾਣਿਆ ਜਾਂਦਾ ਹੈ, ਭਾਵੇਂ ਮਹੇਸ਼ ਕਰਕੇ, ਉਹ ਮਨ ਕਰਕੇ ਮਲੀਨਤਾ ਵਾਲੇ ਹਨ। ਮੈਲੇ ਸਿਧ ਸਾਧਿਕ ਹਰ ਭੇਖ, ਜਿਹੜੇ 84 ਸਿੱਧ ਮੰਨੇ ਜਾਂਦੇ ਨੇ ਇਹ ਵੀ ਮੈਲੇ ਹਨ, ਕਿਉਂਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਇਹਨਾਂ ਦਾ ਕਿੰਨੀ ਚਰਚਾ ਹੋਈ ਹੈ। ਗੋਰਖਨਾਥ ਤੇ ਇਹਦੇ ਜਿਹੜੇ ਭੰਗਰਨਾਥ, ਗੋਪੀ ਚੰਦ, ਇਹਨਾਂ ਵਿੱਚ ਸਾਧ ਸੰਗਤ ਮੰਗਲਨਾਥ, ਕੁਝ ਸਿੱਧ ਤਾਂ ਚੰਗੇ ਵੀ ਸਨ, ਗੁਰਮੁਖ ਵੀ ਸਨ, ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸਹਿਮਤ ਸੀ। ਪਰ ਕੁਝ ਜਿਹੜੇ ਸਨ ਭੰਗਰਨਾਥ ਵਰਗੇ, ਉਹ ਬੜੇ ਹੀ ਹੰਕਾਰੀ ਸਿੱਧ ਸਨ, ਬੜੀਆਂ ਤਾਕਤਾਂ ਦੇ ਮਾਲਕ ਵੀ ਸਨ। ਗੁਰੂ ਪਾਤਸ਼ਾਹ ਨਾਲ ਇਹਨਾਂ ਦੀ ਬੜੀ ਚਰਚਾ ਹੋਈ ਤੇ ਇਹ ਸਾਧ ਸੰਗਤ ਆਪਣੇ ਹੰਕਾਰ ਕਰਕੇ, ਭਗਤ ਜੀ ਕਹਿੰਦੇ ਦੇਖੋ ਮੈਲੇ ਹੀ ਹਨ ਨਾ, ਭਾਵੇਂ ਇਹਨਾਂ ਨੇ ਕਿੰਨੀਆਂ ਵੀ ਸਿੱਧੀਆਂ ਪ੍ਰਾਪਤ ਕਰ ਲਈਆਂ ਹੋਣ, ਪਰ ਇਹ ਮਨ ਕਰਕੇ ਜਿਹੜਾ ਹੰਕਾਰ ਕਰਨਾ ਮੈਲੇ ਹੀ ਹਨ, ਇਹਨਾਂ 'ਚ ਮੈਲਤਾ ਬਣੀ ਹੋਈ ਹੈ। ਸਾਧਕ ਜਿਹੜੇ ਸਾਧਨਾ ਕਰਨ ਵਾਲੇ ਹੁੰਦੇ ਹਨ, ਉਹ ਵੀ ਮਨ ਵਿੱਚ ਹੰਕਾਰ ਪੈਦਾ ਹੋਣ ਕਰਕੇ ਆਪਣੀ ਸਾਧਨਾ ਦਾ ਸੂਖਸ਼ਮ ਹੰਕਾਰ ਜਿਹੜਾ ਹਰ ਸਮੇਂ ਬਣਿਆ ਹੀ ਰਹਿੰਦਾ ਮਨ ਵਿੱਚ, ਉਹ ਮੈਲੇ ਹਨ। ਅਰ ਭੇਖ, ਤੇ ਜਿਹੜੇ ਭੇਖ ਬਣਾਉਣ ਵਾਲੇ ਨੇ, ਜਿਹੜੇ ਉਦਾਸੀ, ਅਵਧੂਤ, ਸੰਨਿਆਸੀ, ਤੇ ਇਹ ਜਿਹੜੇ ਭੇਖਧਾਰੀ ਹਨ, ਇਹ ਵੀ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਮਨ ਕਰਕੇ ਹੰਕਾਰੀ ਹੋਣ ਕਰਕੇ ਮੈਲੇ ਹਨ। ਮੈਲੇ ਜੋਗੀ ਜੰਗਮ ਜਟਾ ਸਹਿਤ, ਜਿਹੜੇ ਜੋਗੀ ਹਨ, ਕੰਨ ਪਾਟੇ ਜਿਨ੍ਹਾਂ ਦੇ ਕੰਨਾਂ 'ਚ ਵਾਲੀਆਂ ਹੁੰਦੀਆਂ ਨੇ, ਉਹਨਾਂ ਨੂੰ ਜੋਗੀ ਆਖਿਆ ਜਾਂਦਾ ਹੈ। ਜੋਗੀ ਨਾਮ ਜਿਹੜੇ ਯੋਗ ਨੂੰ ਸਾਧਨਾ ਨੂੰ ਕਰਦੇ ਹੋਣ, ਉਹ ਵੀ ਮੈਲੇ ਹਨ। ਜੰਗਮ ਜਿਹੜੇ ਸਾਧ ਸੰਗਤ ਸ਼ਿਵ ਜੀ ਦਾ ਵਿਆਹ ਗਾਉਣ ਵਾਲੇ, ਟੱਲੀਆਂ ਵਜਾਉਂਦੇ ਨੇ, ਆਮ ਪਿੰਡਾਂ ਵਿੱਚ ਕਈ ਹੁੰਦੇ ਨੇ, ਇਹਨਾਂ ਨੂੰ ਸੋਭਾ ਰਾਮ ਕਿਹਾ ਜਾਂਦਾ।
ਸਿਰ 'ਤੇ ਮੋਰ ਦੇ ਖੰਭ ਲਾ ਕਰਕੇ ਟੱਲੀਆਂ ਵਜਾਉਂਦੇ ਨੇ ਅਤੇ ਮੂੰਹੋਂ ਸ਼ਬਦ ਪੜ੍ਹਦੇ ਨੇ, ਤਾਂ ਉਹ ਜਿਹੜਾ ਸ਼ਬਦ ਹੈ, ਜਿਹੜਾ ਸ਼ਿਵ ਜੀ ਦਾ ਵਿਆਹ ਗਾਉਂਦੇ ਨੇ। ਸਤਿਗੁਰੂ ਕਹਿੰਦੇ ਇਹ ਜੰਗਮ ਵੀ ਭਾਈ ਮੈਲੇ ਹਨ ਜਟਾ ਸਹੇਤ। ਜਿਹੜੇ ਜਟਾਂ ਨੂੰ ਧਾਰਨ ਵਾਲੇ ਸਾਧੂ ਬਣੇ ਹੋਏ ਨੇ, ਇਹ ਸਾਰੇ ਹੰਕਾਰ ਕਰਕੇ, ਅਗਿਆਨਤਾ ਕਰਕੇ ਮੈਲੇ ਹਨ। ਜਿੱਥੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਸਾਧ ਸੰਗਤ ਜੋਗੀ ਜੰਗਮ ਸੰਨਿਆਸੀ ਬਿਨ ਗੁਰ ਤਤ ਨਾ ਪਾਇਆ, ਬਿਨਾਂ ਗੁਰੂ ਨੂੰ ਧਾਰਨ ਕੀਤੇ ਤੋਂ ਇਹਨਾਂ ਨੂੰ ਇਹ ਤਤ ਸਰੂਪ ਦੇ ਸਿਧਾਂਤ ਦੀ ਪ੍ਰਾਪਤੀ ਨਹੀਂ ਹੁੰਦੀ। ਕੇਵਲ ਬਾਹਰ ਹੀ ਆਪਣੇ ਭੇਖ ਤੱਕ ਸੀਮਿਤ ਰਹਿੰਦੇ ਨੇ, ਲੋਕਾਂ ਨੂੰ ਪਿੱਛੇ ਲਾ ਲੈਂਦੇ ਨੇ, ਆਪਣੀ ਪੂਜਾ ਪਾਠ ਕਰਾਉਂਦੇ ਰਹਿੰਦੇ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਵੀ ਮੈਲ ਬਣੀ ਰਹਿੰਦੀ ਹੈ ਵੀ ਸਾਡੀ ਲੋਕ ਪੂਜਾ ਕਰਨ, ਸਾਡੇ ਆਖੇ ਲੱਗਣ, ਸਾਡੀ ਵੱਧ ਤੋਂ ਵੱਧ ਪ੍ਰਤਿਸ਼ਠਾ ਹੋਵੇ। ਇਹ ਵੀ ਮੈਲ ਦੇ ਸਹਿਤ ਹਨ ਜਿੱਥੇ ਅਗਿਆਨਤਾ ਤੇ ਹੰਕਾਰ ਹੈ। ਮੈਲੀ ਕਾਇਆ ਹੰਸ ਸਮੇਤ। ਜਿਹੜੀ ਇਹ ਕਾਇਆ ਹੈ, ਕਾਇਆ ਨਾਮ ਸਰੀਰ ਦਾ, ਇਸ ਦੇਹੀ ਦਾ, ਇਹ ਵੀ ਮੈਲੀ ਹੈ ਕਿਉਂਕਿ ਇਸ ਸਰੀਰ ਵਿੱਚ ਵਿਕਾਰ ਹੀ ਬੜੇ ਨੇ। ਅੱਖਾਂ ਰੂਪ ਦੇਖਣਾ ਚਾਹੁੰਦੀਆਂ ਨੇ, ਕੰਨ ਸੁਣਨਾ ਹੀ ਚਾਹੀ ਜਾਂਦੇ ਨੇ ਵੀ ਸਾਨੂੰ ਸੁਣਨ ਵਾਸਤੇ ਮਿਲੀ ਜਾਵੇ। ਜਿੱਥੇ ਮਹਾਰਾਜ ਕਹਿੰਦੇ ਨੈਣੀ ਨੀਂਦ ਪਰ ਦ੍ਰਿਸ਼ਟ ਵਿਕਾਰ। ਜਿਹੜੇ ਕੰਨ ਨੇ ਉਹ ਮਹਾਰਾਜ ਕਹਿੰਦੇ ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ। ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਜਿਹੜੇ ਨੇਤਰ ਨੇ ਉਹ ਪਰਾਇਆ ਰੂਪ ਦੇਖਣ ਵਾਸਤੇ, ਪਰਾਇਆ ਤਨ ਦੇਖਣ ਵਾਸਤੇ ਸਾਧ ਸੰਗਤ ਉਹ ਸੁੱਤੇ ਪਏ ਨੇ, ਉਹਨਾਂ 'ਚ ਅਗਿਆਨਤਾ ਹੈ, ਵਿਕਾਰ ਹੈ। ਜਿਹੜੇ ਕੰਨ ਨੇ ਉਹ ਨਿੰਦਿਆ ਚੁਗਲੀ ਸੁਣਨ ਵਾਸਤੇ ਹੀ ਲੱਗੇ ਹੋਏ ਨੇ। ਕੰਨਾਂ 'ਚ ਮਨੁੱਖ ਹੈੱਡਫੋਨ ਲਾ ਕਰਕੇ ਅੱਜ ਕੱਲ੍ਹ ਕਿੰਨੇ ਗਾਣੇ ਸੁਣਦੇ ਨੇ। ਤਾਂ ਇਸ ਤਰ੍ਹਾਂ ਕੰਨ ਵੀ ਸੁੱਤੇ ਪਏ ਨੇ, ਰਸਨਾ ਵੀ ਸਵਾਦਾਂ ਵਿੱਚ ਸੁੱਤੀ ਪਈ ਹੈ। ਰਸਨਾ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਨਿੰਦਿਆ ਕਦੋਂ ਕਰ ਜਾਂਦੀ ਹਾਂ, ਕਦੋਂ ਝੂਠ ਬੋਲ ਜਾਂਦੀ ਹਾਂ ਅਤੇ ਕਦੋਂ ਮੈਂ ਵਿਅਰਥ ਬੋਲੀ ਜਾਂਦੀ ਹਾਂ। ਇਹ ਰਸਨਾ ਨੂੰ ਗਿਆਨ ਹੀ ਨਹੀਂ ਹੈ। ਤਾਂ ਇਹ ਵੀ ਸੁੱਤੇ ਪਏ ਨੇ। ਮਨ ਸੋਇਆ ਮਾਇਆ ਬਿਸਮਾਦ। ਜਿਹੜਾ ਮਨ ਹੈ ਮਾਇਆ ਦੀ ਹੈਰਾਨਗੀ ਦੇਖ ਕੇ, ਬਿਸਮਾਦਤਾ ਦੇਖ ਕੇ ਸੁੱਤਾ ਪਿਆ ਵੀ ਮਾਇਆ ਇੰਨੇ ਰੂਪ ਬਦਲੀ ਜਾ ਰਹੀ ਹੈ। ਇਸ ਤਰ੍ਹਾਂ ਜਿਹੜੀ ਇਹ ਦੇਹੀ ਹੈ ਇਹਦੇ ਵਿੱਚ ਵਿਕਾਰ ਹਨ ਸਾਧ ਸੰਗਤ। ਇਹ ਹਰਖ ਤੇ ਸੋਗ ਦੇ ਵਿੱਚ ਰਹਿੰਦੀ ਹੈ। ਇਸ ਵਿੱਚ ਭੁੱਖ ਤੇ ਪਿਆਸ ਹੈ, ਚੰਮਨ ਤੇ ਮਰਨਾ ਹੈ। ਇਹ ਵੀ ਵਿਕਾਰ ਹਨ। ਇਸ ਕਰਕੇ ਇਹ ਦੇਹੀ ਮੈਲੀ ਹੈ। ਹੰਸ ਜਿਹੜਾ ਇਹਦੇ ਵਿੱਚ ਜੀਵ ਆਤਮਾ ਰਹਿੰਦਾ ਹੈ, ਉਹ ਵਿਕਾਰਾਂ ਵਿੱਚ ਰੁਚੀ ਹੋਣ ਕਰਕੇ ਉੱਧਰ ਲੱਗਿਆ ਹੋਇਆ, ਪਾਪ ਕਮਾਉਣ ਵਿੱਚ ਲੱਗਿਆ ਹੋਇਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹ ਜੀਵ ਆਤਮਾ ਵੀ ਵਿਕਾਰਾਂ ਵਿੱਚ ਲੱਗ ਕੇ ਮੈਲਾ ਹੈ ਅਤੇ ਸਰੀਰ ਵੀ ਮੈਲਾ ਹੋ ਜਾਂਦਾ ਹੈ। ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਉਹਨਾਂ ਦਾ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਅਤੇ ਉਹਨਾਂ ਦੀ ਹੰਸ ਕਾਇਆ ਵੀ ਪਵਿੱਤਰ ਹੋ ਜਾਂਦੀ ਹੈ। ਪਰ ਜਿਹੜੇ ਮਨਮੁਖ ਜੀਵ ਨੇ ਉਹ ਆਪਣੇ ਸਰੀਰ ਨੂੰ ਵੀ ਖਰਾਬ ਕਰ ਲੈਂਦੇ ਨੇ, ਪਟੇ ਬਣਾ ਲੈਂਦੇ ਨੇ, ਉਹ ਮੂੰਹ ਸਿਰ ਜਿਹਾ ਮਨਾ ਕਰਕੇ ਅਤੇ ਫਿਰ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਸੋਹਣੇ ਲੱਗਦੇ ਹਾਂ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਕਾਇਆ ਮੈਲੀ ਹੋਈ ਹੈ ਨਾ, ਫਿਰ ਜਿਹੜੀ ਮੈਲ ਨਾਲ ਭਰੀ ਹੋਈ ਹੈ। ਤਾਂ ਇਸ ਤਰ੍ਹਾਂ ਜਿਹੜਾ ਹੰਸ ਜੀਵ ਆਤਮਾ ਹੈ ਉਹ ਵੀ ਅੰਦਰੋਂ ਵਿਕਾਰ ਭੋਗਣ ਵਾਸਤੇ ਹਰ ਸਮੇਂ ਤਿਆਰ ਰਹਿੰਦਾ, ਉਹ ਵੀ ਮੈਲਾ ਹੈ। ਕਬੀਰ ਤੇ ਜਨ ਪਰਵਾਨ। ਉਸ ਸਮੇਂ ਬ੍ਰਾਹਮਣ ਕਹਿਣ ਲੱਗੇ ਭਗਤ ਕਬੀਰ ਜੀ ਤੁਸੀਂ ਕਿਸੇ ਨੂੰ ਛੱਡੋਗੇ ਵੀ, ਕੋਈ ਨਿਰਮਲ ਵੀ ਹੈ? ਤਾਂ ਮਹਾਰਾਜ ਕਹਿੰਦੇ ਭਾਈ ਹਾਂ, ਕੋਈ ਤਾਂ ਪਵਿੱਤਰ ਹੈ। ਉਹ ਕੌਣ ਹੈ? ਪਰਮਾਤਮਾ ਦਾ ਪਿਆਰਾ। ਉਹ ਜਨ ਪ੍ਰਮਾਣਿਕ ਹੈ। ਉਹ ਸਫਲੇ ਹਨ ਸੰਸਾਰ ਦੇ ਵਿੱਚ। ਉਹਨਾਂ ਨੂੰ ਆਇਆ ਹੋਇਆ ਉਹਨਾਂ ਦਾ ਸੰਸਾਰ ਵਿੱਚ ਪ੍ਰਵਾਨ ਅਤੇ ਸਫਲਾ ਮੰਨਿਆ ਜਾਂਦਾ ਹੈ। ਨਿਰਮਲ ਤੇ ਜੋ ਰਮ ਹੀ ਜਾਨ। ਉਹ ਨਿਰਮਲ ਹਨ ਜਿਹੜੇ ਰੱਮ ਹੀ ਪਰਮਾਤਮਾ ਵਾਹਿਗੁਰੂ ਨੂੰ ਸਾਧ ਸੰਗਤ ਜਾਣਦੇ ਨੇ, ਜਿਨ੍ਹਾਂ ਨੇ ਸੰਸਾਰ 'ਚ ਆ ਕਰਕੇ ਪਰਮੇਸ਼ਰ ਦਾ ਨਾਮ ਜਪਿਆ, ਆਪਣੇ ਸਰੀਰ ਦਾ ਮੋਹ ਛੱਡ ਕੇ, ਪਰਿਵਾਰ ਦਾ ਮੋਹ ਛੱਡ ਕੇ ਉਸ ਨਿਰੰਕਾਰ ਦੇ ਨਾਲ ਜੁੜੇ ਹੋਏ ਹਨ। ਜਿਹੜੇ ਬੰਦਗੀ ਕਰਦੇ ਨੇ
ਜਿਹੜੇ ਸੰਗਤ ਕਰਦੇ ਨੇ ਗੁਰੂ ਵਾਲੇ ਬਣ ਗਏ ਹਨ, ਉਹ ਸਤਿਗੁਰੂ ਕਹਿੰਦੇ ਨਿਰਮਲ ਹਨ, ਜਾਂ ਉਹ ਪਰਮਾਤਮਾ ਆਪ ਨਿਰਮਲ ਹੈ। ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਬਚਨ ਕੀਤੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਭਇਓ ਕਬੀਰ ਕਬੀਰ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਨੂੰ ਕਿੰਨਾ ਸੁੰਦਰ ਸਮਝਾਇਆ ਹੈ, ਜੀਉ ਮੈਲੇ ਬਾਹਰਹੁ ਨਿਰਮਲ, ਬਾਹਰਹੁ ਨਿਰਮਲ ਜੀਉ ਤਾ ਮੈਲੇ, ਤਿਨੀ ਜਨਮ ਜੂਐ ਹਾਰਿਆ। ਜਿਹੜੇ ਅੰਦਰੋਂ ਮੈਲੇ ਨੇ ਉਹ ਬਾਹਰੋਂ ਵੀ ਮੈਲੇ ਨੇ। ਜਿਨ੍ਹਾਂ ਦਾ ਮਨ ਖੋਟ ਕਮਾਉਂਦਾ ਹੈ, ਮਨ ਵਿੱਚ ਖੋਟ ਹੈ ਤੇ ਵਿਕਾਰ ਨੇ ਸਾਧ ਸੰਗਤ, ਉਹ ਮੈਲੇ ਹਨ। ਉਹ ਅੰਦਰੋਂ ਵੀ ਮੈਲੇ ਤੇ ਬਾਹਰੋਂ ਵੀ ਮੈਲੇ ਹੀ ਕਹਾਉਂਦੇ ਨੇ। ਅੰਤਰ ਮਨ ਮੈਲਾ ਬਾਹਰ ਧੋਏ। ਸਤਿਗੁਰੂ ਕਹਿੰਦੇ ਜਿਹੜੇ ਅੰਦਰੋਂ ਮਨ ਕਰਕੇ ਮੈਲੇ ਨੇ, ਉਹਨਾਂ ਦਾ ਸਾਧ ਸੰਗਤ ਭਾਵੇਂ ਬਾਹਰੋਂ ਉਹ ਕਿੰਨੇ ਵੀ ਧਰਮੀ ਹੋਣ, ਉਹ ਮੈਲੇ ਹੀ ਕਹਾਉਣਗੇ ਜਿਹੜੇ ਅੰਦਰੋਂ ਮੈਲੇ ਨੇ। ਪਰ ਦੂਜੇ ਪਾਸੇ ਜਿਹੜੇ ਮਹਾਂਪੁਰਖ ਨੇ, ਜੀਉ ਨਿਰਮਲ ਬਾਹਰਹੁ ਨਿਰਮਲ, ਬਾਹਰਹੁ ਤਾ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਏ। ਜਿਨ੍ਹਾਂ ਦੀ ਮਨਸਾ ਬੁੱਧੀ ਸੱਚ ਵਿੱਚ ਸਮਾ ਗਈ ਹੈ, ਉਹ ਸਾਧ ਸੰਗਤ ਅੰਦਰੋਂ ਨਿਰਮਲ ਹੋ ਜਾਂਦੇ ਨੇ। ਉਹਨਾਂ ਦੀ ਵਿਚਾਰ ਸਮਝ, ਉਹਨਾਂ ਦੀ ਸੋਚ ਪਵਿੱਤਰ ਹੋ ਜਾਂਦੀ ਹੈ ਗੁਰੂ ਸ਼ਬਦ ਨਾਲ ਜੁੜ ਕੇ, ਉਹ ਬਾਹਰੋਂ ਵੀ ਪਵਿੱਤਰ ਬਣ ਜਾਂਦੇ ਨੇ। ਸੋ ਸਤਿਗੁਰੂ ਸਾਨੂੰ ਇਹ ਉਪਦੇਸ਼ ਕਰਦੇ ਨੇ, ਭਾਈ ਤੂੰ ਉਸ ਨਿਰਮਲ ਪਰਮਾਤਮਾ ਦੇ ਨਾਲ ਜੁੜ, ਗੁਰੂ ਦਾ ਸ਼ਬਦ ਨਿਰਮਲ ਹੈ, ਆਪਣੇ ਅੰਦਰ ਨੂੰ ਸਵਾਰ ਲੈ। ਜਿਵੇਂ ਅਸੀਂ ਕੱਪੜੇ ਧੋਂਦੇ ਹਾਂ ਤਾਂ ਉਹ ਸਾਧ ਸੰਗਤ ਸਾਬਣ ਦੇ ਨਾਲ, ਪਾਣੀ ਦੇ ਨਾਲ ਸਾਫ਼ ਹੁੰਦੇ ਨੇ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਤੇਰਾ ਜਿਹੜਾ ਇਹ ਮਨ ਹੈ, ਗੁਰੂ ਦੇ ਸ਼ਬਦ ਤੇ ਪਰਮਾਤਮਾ ਦੇ ਨਾਮ ਨਾਲ ਉਜਲ ਹੋ ਸਕਦਾ ਹੈ। ਇਸ ਮਨ ਕੋ ਹੋਰ ਸੰਜਮ ਨਹੀਂ, ਬਿਨ ਸਤਿਗੁਰ ਕੀ ਸਰਨਾਏ, ਸਤਿਗੁਰ ਮਿਲਿਆ ਉਲਟੀ ਭਈ, ਕਹਿ ਨਾ ਕਛੂ ਨਾ ਜਾਏ। ਸੰਜਮ ਕਹਿੰਦੇ ਨੇ ਸਾਧਨ। ਇਸ ਮਨ ਵਾਸਤੇ ਹੋਰ ਕੋਈ ਸਾਧਨ ਨਹੀਂ ਹੈ, ਕੋਈ ਕੰਟਰੋਲ ਨਹੀਂ ਹੈ। ਜਦੋਂ ਇਹ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਵੇਗਾ ਤੇ ਉਦੋਂ ਆਪੇ ਹੀ ਨਿਰਮਲ ਹੋ ਜਾਵੇਗਾ। ਗੁਰੂ ਦੀ ਸ਼ਰਨ ਵਿੱਚ ਆਉਣਾ ਕੀ ਹੈ? ਗੁਰੂ ਵਾਲੇ ਬਣਨਾ, ਗੁਰਮਤਿ ਧਾਰਨ ਕਰਨੀ, ਗੁਰੂ ਦੇ ਹੁਕਮ ਵਿੱਚ ਚੱਲਣਾ। ਸਾਡੇ ਸਿੱਖਾਂ ਵਿੱਚ ਬਾਣੀ ਪੜ੍ਹਨਾ, ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਰਹਿਤ ਰੱਖਣੀ, ਕੁਰਹਿਤ ਦਾ ਤਿਆਗ ਕਰਨਾ, ਗੁਰੂ ਮਰਿਆਦਾ ਦੇ ਨਾਲ ਪ੍ਰੇਮ ਕਰਨਾ, ਗੁਰਬਾਣੀ ਦਾ ਵੱਧ ਤੋਂ ਵੱਧ ਅਭਿਆਸ ਕਰਨਾ, ਇਹ ਗੁਰਮਤਿ ਹੈ। ਇਹੋ ਜਿਹਾ ਜੀਵਨ ਬਣਾਈਏ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਰਹਿਮਤ ਕਰਨ, ਨਾਮ ਬਾਣੀ ਦਾ ਆਸਰਾ ਬਖਸ਼ਣ, ਗੁਰਬਾਣੀ ਵਾਲਾ ਜੀਵਨ ਬਖਸ਼ਣ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਕਹੇ ਕਬੀਰ ਤੇ ਜਨ ਗੁਰਬਾਨ, ਨਿਰਮਲ ਤੇ ਜੋ ਰਾਮਹਿ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।